वाहिगुरु जी का खालसा वाहिगुरु जी की फतेह। श्लोक शेख फरीद जी के ग्रंथ विचार कर रहे सन। 40वें श्लोक तो शुरू करते हैं। कड़िए कड़िए मारिए परी सजा सोहेड़ा कड़ियाल चों दुखी रहने ਘੜਿਆਲ ਦੀ ਗੱਲ 39ਵੇਂ ਸ਼ਲੋਕ ਵਿੱਚ ਚੱਲੀ ਸੀ ਵੀ ਘੜਿਆਲ ਨੂੰ ਜਾ ਕੇ ਦੇਖਿਆ ਕਿਵੇਂ ਇਸ ਨੂੰ ਮਾਰਾਂ ਪੈਂਦੀਆਂ ਹਨ, ਬਿਨਾਂ ਦੋਸ਼ਾਂ ਤੋਂ ਇਹਨੂੰ ਕੁੱਟਿਆ ਜਾਂਦਾ ਹੈ। 40ਵੇਂ ਸ਼ਲੋਕ ਵਿੱਚ ਵੀ ਘੜਿਆਲ ਦੀ ਇਹ ਗੱਲ ਹੈ ਕਿ ਇਸ ਨੂੰ ਘੜੀ ਘੜੀ ਬਾਅਦ ਮਾਰਿਆ ਜਾਂਦਾ ਹੈ, ਪਹਿਰ ਪਹਿਰ ਬਾਅਦ ਮਾਰਿਆ ਜਾਂਦਾ ਹੈ। ਭਾਵ ਮਿੱਥੇ ਵਕਫੇ ਤੋਂ ਬਾਅਦ ਇਸ ਤੇ ਕੋਈ ਥੋੜਾ ਮਾਰਿਆ ਜਾਂਦਾ ਹੈ ਜਾਂ ਕੋਈ ਹੋਰ ਲੋਹੇ ਦੀ ਕੋਈ ਸੀਖ ਜਾਂ ਰੋੜ ਮਾਰੀ ਤਾਂ ਕਿ ਆਵਾਜ਼ ਪੈਦਾ ਕਰ ਸਕੇ, ਆਲੇ ਦੁਆਲੇ ਆਂਢ ਗੁਆਂਢ ਪਤਾ ਲੱਗ ਸਕੇ ਵੀ ਘੜਿਆਲ ਵੱਜਿਆ ਹੈ। ਸੋ ਹੇੜਾ ਘੜਿਆਲ ਜਿਉਂ ਦੁਖੀ ਰਹਿਣੇ ਵਿਹਾਏ। ਤੋ ਇਸ ਤਰ੍ਹਾਂ ਹੀੜਾ ਸ਼ਬਦ ਜਿਹੜਾ ਹੈ ਇਹਦਾ ਮਤਲਬ ਹੈ ਸਰੀਰ। ਤੋ ਜਿਸ ਤਰ੍ਹਾਂ ਘੜਿਆਲ ਨੂੰ ਵਾਰ-ਵਾਰ ਮਾਰ ਪੈਂਦੀ ਹੈ, ਤੋ ਇਸ ਤੋਂ ਇਹ ਪਤਾ ਲੱਗਦਾ ਕਿ ਜਿਸ ਨੇ ਆਪਣੀ ਉਮਰ ਜਿਹੜੀ ਹੈ ਰੱਬ ਦੀਆਂ ਪੈਦਾ ਕੀਤੀਆਂ ਹੋਈਆਂ ਖਜੂਰਾਂ ਜਾਂ ਵਿਸ਼ ਗੰਦਲਾਂ ਵਿੱਚ ਹੀ ਆਪਣੀ ਉਮਰ ਗੁਜ਼ਾਰ ਦਿੱਤੀ, ਗੁਰਬਾਣੀ ਦਾ ਉਪਦੇਸ਼ ਨਾ ਪੜ੍ਹਿਆ, ਨਾ ਸੁਣਿਆ, ਨਾ ਧਾਰਨ ਕੀਤਾ। ਤੇ ਫਰੀਦ ਜੀ ਕਹਿੰਦੇ ਹਨ ਜਿਸ ਤਰ੍ਹਾਂ ਘੜਿਆਲ ਦੁੱਖਾਂ ਵਿੱਚ ਰੋਂਦਾ ਹੈ, ਇਸ ਤਰ੍ਹਾਂ ਅਜਿਹਾ ਪ੍ਰਾਣੀ ਜਿਹੜਾ ਸੰਸਾਰ ਦੀਆਂ ਵਿਸ਼ ਗੰਦਲਾਂ ਖਾਤਰ ਆਪਣੀ ਸਾਰੀ ਉਮਰ ਲਾ ਦਿੰਦਾ ਹੈ, ਗੁਜ਼ਾਰ ਦਿੰਦਾ ਹੈ, ਉਸ ਦੀ ਜ਼ਿੰਦਗੀ ਰੂਪੀ ਰਾਤ ਜਿਹੜੀ ਹੈ ਉਹ ਵੀ ਘੜਿਆਲ ਵਾਂਗ ਬੀਤਦੀ, ਭਾਵ ਦੁੱਖਾਂ ਵਿੱਚ ਹੀ ਬੀਤ ਜਾਂਦੀ ਹੈ। ਆਤਮਿਕ ਸ਼ਾਂਤੀ ਨਹੀਂ ਰਹਿੰਦੀ। ਬੁੱਢਾ ਹੋਆ ਸ਼ੇਖ ਫਰੀਦ, ਬੁੱਢਾ ਹੋਆ ਸ਼ੇਖ ਫਰੀਦ ਕੰਬਣੀ ਲੱਗੀ ਦੇ। ਸ਼ੇਖ ਫਰੀਦ ਕਰਤਾ ਕਾਰਕ ਵਿੱਚ ਹੈ, ਦੱਦੇ ਨੌਕੜ ਹੈ, ਕਰਤਾ ਕਾਰਕ ਵਿੱਚ ਹੈ। ਇੱਥੇ ਫਰੀਦ ਜੀ ਗੱਲ ਕਰਦੇ ਹਨ ਕਿ ਸੰਸਾਰ ਵਿੱਚ ਜਿਹੜੇ ਸਵਾਦਲੇ ਪਦਾਰਥ ਹਨ, ਵਿਸ਼ ਗੰਦਲਾਂ ਹਨ, ਧਰੀਆਂ ਖੰਡ ਲਿਵਾੜ, ਇਹਨਾਂ ਦੇ ਪਿੱਛੇ ਦੌੜ ਦੌੜ ਕੇ ਪ੍ਰਾਣੀ ਜਿਹੜਾ ਹੈ ਉਹ ਆਪਣੀ ਉਮਰ ਬਤੀਤ ਕਰ ਲੈਂਦਾ ਹੈ, ਬੁਢੇਪਾ ਆ ਜਾਂਦਾ ਹੈ।
ਤੇ ਸਰੀਰ ਜਿਹੜਾ ਇਹਨੂੰ ਵੀ ਕੰਬਣੀ ਛਿੜ ਜਾਂਦੀ ਹੈ, ਭਾਵ ਕੰਬਣ ਲੱਗ ਜਾ, ਹੱਥ ਪੈਰ ਕੰਬਣ ਲੱਗ ਜਾਂਦੇ ਹਨ, ਐਸੀ ਹਾਲਤ ਵੀ ਆ ਜਾਂਦੀ ਹੈ। ਤੇ ਚੇਤਾ ਕਰਾਉਂਦੇ ਹਨ, ਜੇ 100 ਵਰਿਆਂ ਜੀਵਣਾ ਤੇ ਜੇ 100 ਵਰੇ ਵੀ ਮਿਲ ਜਾਣ ਜੀਣ ਵਾਸਤੇ, ਤਾਂ ਵੀ ਇਹ ਸਰੀਰ ਜਿਹੜਾ ਹੈ ਇਹ ਮਿੱਟੀ 'ਚ ਮਿਲਣਾ ਹੈ। ਤੇ ਜਿਹੜੀਆਂ ਵਿਸ਼ ਗੰਦਲਾਂ ਦੀ ਖਾਤਰ ਦੌੜ ਭੱਜ ਕਰਦਾ ਰਿਹਾ ਸੀ, ਇਹਨਾਂ ਗੰਦਲਾਂ ਤੋਂ ਵੀ ਸਾਥ ਫਿਰ ਟੁੱਟ ਜਾਏਗਾ। ਫਰੀਦਾ ਬਾਰੀ ਪਰਾਇਆ ਬੈਸਣਾ, ਸਾਈਂ ਮੁਝੇ ਨ ਦੇ। ਜੇ ਤੂੰ ਐਵੇਂ ਰਖਸੀ ਪਰਾਇਆ ਵੈਸਣਾ, ਉਸ ਮਾਲਕ ਦਾ ਦਰ ਛੱਡ ਕੇ, ਪ੍ਰਭੂ ਪਾਤਸ਼ਾਹ ਦਾ ਦਰ ਛੱਡ ਕੇ, ਗੁਰੂ ਦਾ ਦਰ ਛੱਡ ਕੇ ਬਾਰੀ ਪਰਾਇਆ, ਬਾਰੀ ਮਾਨੇ ਬੂਹੇ ਤੇ, ਪਰਾਇਆ ਪਰਾਏ ਬੂਹੇ ਤੇ ਬੈਠਣਾ, ਪਰਾਏ ਬੂਹੇ ਦੀ ਆਸ ਤੱਕਣੀ। ਸੋ ਦੂਜਿਆਂ ਦੇ ਬੂਹੇ ਤੋਂ ਆਸਾਂ ਤੱਕਣੀਆਂ ਵੀ ਮੈਨੂੰ ਕੁਝ ਸ਼ਾਂਤੀ ਮਿਲ ਜਾਏ। ਇਹਨਾਂ ਦੁਨੀਆ ਦੇ ਜਿਹੜੇ ਪਦਾਰਥ ਹਨ, ਵਿਸ਼ ਗੰਦਲਾਂ, ਇਹਨਾਂ ਦੀ ਖਾਤਰ ਸ਼ੇਖ ਫਰੀਦ ਜੀ ਕਹਿੰਦੇ ਹਨ, ਸਾਈਂ ਮੁਝੇ ਨਾ ਦੇ, ਮੈਨੂੰ ਪਰਾਏ ਬੂਹੇ ਤੇ ਬੈਠਣ ਨਾ ਦੇਈ। ਇਹ ਸੰਸਾਰ ਦੇ ਪਦਾਰਥਾਂ ਦੀ ਪ੍ਰਾਪਤੀ ਦੀ ਖਾਤਰ ਮੈਨੂੰ ਆਪਣੀ ਟੇਕ ਹੀ ਦੇਵੀਂ, ਮੈਨੂੰ ਦੂਜਿਆਂ ਦੇ ਆਸਰੇ ਤੇ ਨਾ ਛੱਡ ਬੈਠੀ। ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖੇ, ਪਰ ਜੇ ਤੂੰ ਇਸੇ ਤਰ੍ਹਾਂ ਰੱਖਣਾ ਹੈ, ਭਾਵ ਜੇ ਤੂੰ ਮੈਨੂੰ ਦੂਜਿਆਂ ਦਾ ਮੁਹਤਾਜ ਹੀ ਬਣਾਉਣਾ ਹੈ, ਦੂਜਿਆਂ ਦੇ ਪੈਰਾਂ ਵਿੱਚ ਮੈਨੂੰ ਰੱਖਣਾ ਹੈ, ਦੂਜਿਆਂ ਦੇ ਆਸਰੇ ਤੇ ਰੱਖਣਾ ਹੈ, ਤਾਂ ਫਿਰ ਇਹਦੇ ਨਾਲ ਕੀ ਚੰਗਾ ਹੈ। ਜੀਓ ਸ਼ਰੀਰਾਂ ਲੈ, ਤਾਂ ਫਿਰ ਭਾਵੇਂ ਮੇਰੀ ਜ਼ਿੰਦ ਜਿਹੜੀ ਹੈ ਸਰੀਰ ਵਿੱਚੋਂ ਕੱਢ ਲੈ, ਮੈਨੂੰ ਉਹ ਪ੍ਰਵਾਨ ਹੈ, ਪਰ ਮੈਨੂੰ ਦੂਜਿਆਂ ਦੇ ਦਰ ਤੇ ਬੈਠਣਾ ਜਿਹੜਾ ਹੈ, ਦੂਜਿਆਂ ਦਾ ਮੁਹਤਾਜ ਬਣ ਕੇ ਜੀਣਾ ਜਿਹੜਾ ਹੈ, ਉਹ ਚੰਗਾ ਨਹੀਂ ਹੈ, ਪਸੰਦ ਨਹੀਂ ਹੈ। ਇਸ ਕਰਕੇ ਮੇਰੇ ਮਾਲਕ, ਦੂਜਿਆਂ ਦੇ ਆਸਰੇ, ਦੂਜਿਆਂ ਦੇ ਦਰ ਤੋਂ ਕੋਈ ਆਸਾਂ ਰੱਖਣੀਆਂ, ਐਸਾ ਜਿਹੜਾ ਹੈ ਇਹ ਮੇਰਾ ਹਾਲ ਨਾ ਬਣ ਜਾਏ। ਮੇਰੇ ਤੇ ਕਿਰਪਾ ਕਰਿਓ ਜੀ। ਕੰਧੇ ਕੁਹਾੜਾ ਸਿਰੀ ਖੜਾ, ਵਾਣੇ ਕੈਸਰ ਕੰਧੇ ਕੁਹਾੜਾ, ਕੰਧੇ ਉੱਤੇ, ਮੋਢੇ ਉੱਤੇ ਕੁਹਾੜਾ ਚੁੱਕਿਆ ਹੋਇਆ, ਸਿਰ ਹੀ ਘੜਾ, ਸਿਰ ਦੇ ਉੱਤੇ ਘੜਾ ਹੈ ਜਿਸ ਵਿੱਚ ਪਾਣੀ ਪਾਇਆ ਹੋਇਆ ਪੀਣ ਵਾਸਤੇ। ਵਾਣੀ ਜੰਗਲ ਵਿੱਚ, ਨਾਲੇ ਨੂੰ ਸਿਆਰੀ ਅਧਿਕਰਨ ਕਾਰਕ ਦੀ ਹੈ। ਵਾਣੀ ਉਹਦਾ ਜੰਗਲ ਵਿੱਚ, ਵਣ ਦਾ ਮਤਲਬ ਹੁੰਦਾ ਬਹੁਤੇ ਵਣ, ਜੇ ਨਾਲੇ ਔਂਕੜਾ ਹੋਵੇ ਤਾਂ ਵਣ, ਉਹ ਇੱਕ ਜੰਗਲ, ਵਣ ਬਹੁਤੇ ਜੰਗਲ, ਇਹ ਵਾਣੀ, ਇਹ ਜੰਗਲ ਵਿੱਚ। ਜਿਹੜੀਆਂ ਮਾਤਰਾ ਲੱਗੀਆਂ ਹੋਈਆਂ, ਸ਼ਬਦਾਂਤਰ ਲਗਾ ਮਾਤਰਾ ਬੜੀਆਂ
ਜ਼ਰੂਰੀ ਹਨ, ਇਹਨਾਂ ਨੂੰ ਧਿਆਨ ਵਿੱਚ ਰੱਖਣਾ ਪਾਠ ਕਰਨ ਵੇਲੇ। ਇਹਨਾਂ ਵੱਲੋਂ ਬੇਧਿਆਨੀ ਜਿਹੜੀ ਹੈ ਉਹ ਸ਼ਬਦਾਂ ਦੇ ਸਹੀ ਅਰਥਾਂ ਵੱਲ ਨਹੀਂ ਲੈ ਕੇ ਜਾਏਗੀ। ਵਾਣੀ ਜੰਗਲ ਵਿੱਚ, ਕੈਸਰ, ਕੈਸਰ ਦਾ ਮਤਲਬ ਹੈ ਬਾਦਸ਼ਾਹ, ਤੇ ਪਰਸ਼ੀਅਨ ਦਾ ਸ਼ਬਦ ਹੈ ਕੈਸਰ, ਬਾਦਸ਼ਾਹ। ਲੋਹਾਰ, ਲੋਹਾਰ ਜਿਹੜਾ ਹੈ ਜਿਹਦੇ ਮੋਢੇ ਉੱਤੇ ਕੁਹਾੜਾ ਹੈ, ਸਿਰ ਉੱਤੇ ਪਾਣੀ ਨਾਲ ਭਰਿਆ ਘੜਾ ਰੱਖਿਆ ਹੋਇਆ, ਜੰਗਲ ਵਿੱਚ ਫਿਰਦਾ ਹੈ, ਤੇ ਉਹ ਇਸ ਤਰ੍ਹਾਂ ਹੈ ਜਿਵੇਂ ਜੰਗਲ ਦਾ ਬਾਦਸ਼ਾਹ ਹੁੰਦਾ। ਕੈਸਰ, ਕੈਸਰ ਦਾ ਮਤਲਬ ਹੈ ਬਾਦਸ਼ਾਹ। ਸੋ ਬਹੁਤ ਸਾਰੇ ਟੀਕਾਕਾਰਾਂ ਨੇ ਇੱਥੇ ਕੈਸਰ ਦੇ ਅਰਥ ਜਿਹੜੇ ਆ ਉਹ ਕੁਝ ਹੋਰ ਹੀ ਕੀਤੇ ਹਨ। ਉਹਨਾਂ ਨੇ ਕਿਹਾ ਵਣ ਕੈਸਰ, ਵਣ ਦੇ ਸਿਰ ਉੱਤੇ। ਤੋ ਇਹ ਪ੍ਰੋਫੈਸਰ ਸਾਹਿਬ ਸਿੰਘ ਦਾ ਜੋ ਟੀਕਾ ਹੈ ਸਾਨੂੰ ਸਹੀ ਸੇਧ ਦਿੰਦਾ ਹੈ। ਤੋ ਕੈਸਰ ਸ਼ਬਦ ਇਹ ਦੋ ਸ਼ਬਦ ਨਹੀਂ, ਕੈ ਤੇ ਸਰ ਇਹ ਇੱਕੋ ਸ਼ਬਦ ਸੀ। ਪਦਛੇਦ ਕਰਨ ਵਾਲਿਆਂ ਨੂੰ ਸਮਝ ਨਹੀਂ ਸੀ, ਉਹਨਾਂ ਨੇ ਇਹਨੂੰ ਤੋੜ ਕੇ ਲਿਖਤਾ, ਕੈ ਜੁਦਾ ਲਿਖਤਾ, ਸਰ ਜੁਦਾ ਲਿਖਤਾ। ਸਰ ਮੈਨੇ ਸਰੋਵਰ ਹੁੰਦਾ, ਉੱਦਾਂ ਸਸਰ ਆਰੇ ਨੂੰ ਸਰੋਵਰ ਇੱਕ ਵਚਨ ਹੁੰਦਾ ਹੈ, ਪਰ ਇੱਥੇ ਸਰ ਜਿਹੜਾ ਕੈ ਨਾਲ ਜੁੜਨਾ, ਕੈਸਰ ਬਾਦਸ਼ਾਹ ਇੱਕ ਵਚਨ ਹੈ ਮਗਰ ਔਂਕੜ ਲੱਗਾ ਆ। ਤੂੰ ਜੰਗਲ ਦੇ ਜਿਵੇਂ ਬਾਦਸ਼ਾਹ ਹੁੰਦਾ ਹੈ। ਤੇ ਪ੍ਰੋਫੈਸਰ ਸਾਹਿਬ ਇਸ ਤਰ੍ਹਾਂ ਪੜ੍ਹਾ ਰਹੇ ਸਨ ਕਲਾਸ ਨੂੰ, ਤੇ ਇਹ ਜਿਹੜਾ ਸ਼ਲੋਕ ਹੈ ਸਾਹਮਣੇ ਆ ਗਿਆ। ਉੱਥੇ ਇਹ ਸ਼ਲੋਕ ਦੇ ਅਰਥ ਕਰਨ ਲੱਗਿਆ ਪ੍ਰੋਫੈਸਰ ਸਾਹਿਬ ਸਿੰਘ ਨੇ ਉੱਥੇ ਆਪਣੇ ਹੱਥ ਖੜੇ ਕੀਤੇ ਵੀ ਇਹਦਾ ਅਰਥ ਜਿਹੜਾ ਹੈ ਜਾਂ ਇਹਦੀ ਵਿਚਾਰ ਹੈ ਇਹ ਖੁੱਲ੍ਹ ਕੇ ਆਪਾਂ ਜਿਹੜੀਆਂ ਮੂਹਰੇ ਛੁੱਟੀਆਂ ਆ ਰਹੀਆਂ ਨਾ ਉਹਨਾਂ ਤੋਂ ਬਾਅਦ ਕਰਾਂਗੇ। ਤੇ ਛੁੱਟੀਆਂ ਦੇ ਵਿੱਚ ਉਹਨਾਂ ਨੇ ਫਿਰ ਲੋਕਾਂ ਦੇ ਟੀਕਿਆਂ ਵਾਲੇ ਅਰਥ ਜਿਹੜੇ ਸਨ ਉਹਨਾਂ ਨੂੰ ਸਟੱਡੀ ਕੀਤਾ ਤੇ ਉਹ ਫਿੱਟ ਨਹੀਂ ਬੈਠਦੇ ਸਨ। ਇਸ ਕਰਕੇ ਉਹਨਾਂ ਨੇ ਸਾਫ਼ ਕਹਿਤਾ ਵੀ ਇਹ ਆਪਾਂ ਇਸ 'ਤੇ ਫਿਰ ਵਿਚਾਰ ਕਰਾਂਗੇ। ਉਹਨਾਂ ਨੇ ਇਸ 'ਤੇ ਗਲਤ ਅਰਥ ਦੱਸਣ ਨਾਲੋਂ ਚੰਗਾ ਸਮਝਿਆ ਕਿ ਇਹਦੀ ਵਿਚਾਰ ਫਿਰ ਕਰਾਂਗੇ। ਫਿਰ ਉਹਨੇ ਵਿਚਾਰ ਕੀਤੀ ਤਾਂ ਪਤਾ ਲੱਗਾ ਵੀ ਇਹ ਕੈ ਤੇ ਸਰ ਵੱਖਰੇ ਵੱਖਰੇ ਨਹੀਂ, ਇਹ ਕੈ ਤੇ ਸਰ ਇੱਕੋ ਸ਼ਬਦ ਹੈ। ਤੇ ਇਸ ਤਰ੍ਹਾਂ ਬੜੀ ਸਟੱਡੀ ਦੀ ਲੋੜ ਹੈ ਇਹ ਗੁਰਬਾਣੀ ਨੂੰ ਸਮਝਣ ਵਾਸਤੇ। ਤੇ ਫਰੀਦ ਜੀ ਕਹਿੰਦੇ ਹਨ ਜੰਗਲ ਵਿੱਚ ਲੋਹਾਰ ਜਿਹੜਾ ਬਾਦਸ਼ਾਹ ਕਿਉਂ? ਕਿਉਂਕਿ ਜਿਸ ਦਰਖਤ ਉੱਤੇ ਉਸ ਦਾ ਜੀਅ ਕਰਦਾ ਹੈ ਕੁਹਾੜਾ ਚਲਾ ਸਕਦਾ ਹੈ, ਉਸਨੂੰ ਕੋਈ ਰੋਕ ਨਹੀਂ ਸਕਦਾ, ਕਿਉਂਕਿ ਉਹ ਜੰਗਲ ਵਿੱਚ ਬਾਦਸ਼ਾਹ ਦੀ ਤਰ੍ਹਾਂ ਹੈ, ਕਿਸੇ ਵੀ ਦਰਖਤ ਨੂੰ ਵੱਢ ਸਕਦਾ ਹੈ। ਭਾਵੇਂ ਅੱਜ ਕੱਲ੍ਹ ਦੇ ਸਮੇਂ ਵਿੱਚ ਦਰਖਤਾਂ ਨੂੰ ਵੱਢਣਾ ਜਿਹੜਾ ਹੈ ਉਹ ਸਰਕਾਰੀ ਨਿਯਮਾਂ ਅਨੁਸਾਰ ਹੁੰਦਾ ਹੈ, ਪਰ ਇਹ ਪੁਰਾਣੀਆਂ ਗੱਲਾਂ ਹਨ। ਉਸ ਹਿਸਾਬ ਨਾਲ ਲੱਕੜਾਂ ਦੀ ਵਰਤੋਂ ਕੀਤੀ ਜਾਂਦੀ ਸੀ ਕਈ ਕੰਮਾਂ ਵਾਸਤੇ। ਤਾਂ ਲੋਹਾਰ ਜਿਹੜਾ ਹੈ ਉਹ ਇਸ ਤਰ੍ਹਾਂ ਜੰਗਲ ਵਿੱਚ ਲੱਕੜਾਂ ਕੱਟਣ ਵਾਸਤੇ ਗਿਆ ਹੋਇਆ। ਫਰੀਦਾ ਹਉ ਲੋੜੀ ਸ਼ੌ ਆਪਣਾ, ਤੂੰ ਲੋੜੇ ਅੰਗਿਆਰ। ਹਉ ਲੋੜੀ ਸ਼ੌ ਆਪਣਾ, ਸੋ ਮੈਂ ਤਾਂ ਆਪਣਾ ਸ਼ੌ ਹੈ ਜਿਹੜਾ ਹੈ ਮਾਲਕ ਹੈ। ਸ਼ੌ ਦਾ ਮਤਲਬ ਹੈ ਮਾਲਕ, ਪਰਸ਼ੀਅਨ ਦਾ ਸ਼ਬਦ ਹੁੰਦਾ ਸ਼ੌ। ਸੋ ਇਸ ਜੰਗਲ ਦੇ ਵਿੱਚ ਮੈਂ ਤਾਂ ਆਪਣੇ ਮਾਲਕ ਨੂੰ ਲੱਭ ਰਿਹਾ ਹਾਂ। ਹਉ ਲੋੜੀ ਸ਼ੌ ਆਪਣਾ, ਤੂੰ ਲੋੜੇ ਅੰਗਿਆਰ। ਤੇ ਤੂੰ ਕੋਲੇ ਲੱਭ ਰਿਹਾ ਹੈ, ਅੰਗਿਆਰ ਵਿਸ਼ ਗੰਧਣਾ ਰੂਪ ਕੋਲੇ। ਤੇ ਇਸ ਦਾ ਮਤਲਬ ਇਹ ਸੰਸਾਰ ਇੱਕ ਜੰਗਲ ਹੈ। ਸੰਸਾਰ ਨੂੰ ਜੰਗਲ ਕਿਹਾ, ਜੰਗਲ ਦੀ ਨਿਆਈ ਹੈ। ਫਰੀਦ ਜੀ ਕਹਿੰਦੇ ਮੈਂ ਤਾਂ ਇਸ ਜੰਗਲ ਵਿੱਚ, ਸੰਸਾਰ ਰੂਪੀ ਜੰਗਲ ਵਿੱਚ ਆਪਣਾ ਮਾਲਕ, ਆਪਣਾ ਸ਼ੌ ਜਿਹੜਾ ਹੈ ਉਸਦੀ ਯਾਦ ਵਿੱਚ ਹਾਂ, ਉਸਦੀ ਯਾਦ ਪੱਕੀ ਕਰ ਰਿਹਾ ਹਾਂ। ਪਰ ਇਹ ਪ੍ਰਾਣੀ, ਇਹ ਜੀਵ, ਤੂੰ ਤਾਂ ਲੋਹਾਰ ਵਾਂਗ ਇਸ ਸੰਸਾਰ ਰੂਪੀ ਜੰਗਲ ਵਿੱਚੋਂ ਕੋਲੇ ਲੱਭ ਰਿਹਾ ਹੈ। ਭਾਵ ਜੋ ਵਿਸ਼ ਰੂਪੀ ਗੰਦਲਾਂ ਹਨ, ਖੰਡਰਾਂ ਲਪੇਟੀਆਂ ਹੋਈਆਂ, ਤੂੰ ਉਹਨਾਂ ਦੀ ਭਾਲ ਵਿੱਚ ਫਿਰ ਰਿਹਾ ਹੈ। ਫਰੀਦਾ ਇੱਕ ਨਾ ਅੱਠ
ਆਟਾ ਅਗਲਾ ਇਕ ਨਾ ਨਾਹੀ ਲੋਣ। ਅੱਗੇ ਅੱਗੇ ਗਏ ਸਿੰਘਾਂ ਪਸਨੇ ਝੋਟਾਂ ਖਾਸੀ ਜਿਕਨਾ ਆਟਾ ਅਗਲਾ ਮਤਲਬ ਬਹੁਤ, ਕਈਆਂ ਕੋਲ ਬਹੁਤ ਧਨ ਪਦਾਰਥ ਹੈ, ਆਟਾ ਬਹੁਤ ਹੈ, ਕਈ ਬੰਦਿਆਂ ਕੋਲ ਆਟਾ ਬਹੁਤ ਹੈ, ਦੁਨੀਆ ਦੇ ਪਦਾਰਥ ਬਹੁਤ ਹਨ, ਖੰਡ ਨਾਲ ਲਪੇਟੀਆਂ ਗੱਦੜਾਂ ਦਾ ਭੰਡਾਰ ਹੈ ਕਈਆਂ ਕੋਲ, ਇੱਕ ਨਾ ਆਟਾ ਅਗਲਾ ਇੱਕ ਨਾ ਨਾਹੀ ਲੂਣ। ਤੋ ਕਈਆਂ ਦੇ ਕੋਲ ਤਾਂ ਇੰਨਾ ਵੀ ਨਹੀਂ ਹੈ, ਜਿਵੇਂ ਆਟੇ ਵਿੱਚ ਲੂਣ ਪਾਈਦਾ ਹੈ ਇੰਨਾ ਕੁ ਵੀ ਇੱਕ ਨਾ ਨਾਹੀ ਲੂਣ, ਤੇ ਇੱਕ ਨਾ ਪਾਸ ਇਤਨਾ ਵੀ ਨਹੀਂ ਜਿਤਨਾ ਆਟੇ ਵਿੱਚ ਲੂਣ ਪਾਈਦਾ ਹੈ ਨਾ, ਇੰਨਾ ਲੂਣ ਜਿੰਨਾ ਵੀ ਆਟਾ ਕਈਆਂ ਕੋਲ ਨਹੀਂ ਹੈ। ਦੁਨੀਆ ਦੇ ਪਦਾਰਥ ਕਈਆਂ ਕੋਲ ਇੰਨੇ ਵੀ ਨਹੀਂ ਹਨ, ਗਰੀਬੀ ਅਵਸਥਾ ਹੈ। ਤੇ ਫਰੀਦ ਜੀ ਕਹਿੰਦੇ ਹਨ, ਅੱਗੇ ਗਏ ਸੰਜਾਪ ਸਨ ਚੋਟਾਂ ਖਾਸੀ ਕੌਣ। ਮਨੁੱਖੀ ਜੀਵਨ ਦੀ ਸਫਲਤਾ ਦਾ ਜਿਹੜਾ ਪੈਮਾਨਾ ਹੈ ਇਹ ਪਦਾਰਥ ਨਹੀਂ ਕਿ ਕਿਸੇ ਕੋਲ ਬਹੁਤ ਜ਼ਿਆਦਾ ਪਦਾਰਥ ਹਨ, ਪਦਾਰਥਾਂ ਦੇ ਢੇਰ ਲੱਗੇ ਹੋਏ ਹਨ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਜਪਜੀ ਵਿੱਚ ਗੱਲ ਕਹੀ ਗਈ ਹੈ। ਤੋ ਦੁਨੀਆ ਦੇ ਪਦਾਰਥ ਇਕੱਠੇ ਕਰ ਲੈਣੇ ਬਹੁਤ ਜ਼ਿਆਦਾ, ਇਹ ਕੋਈ ਸਫਲਤਾ ਦਾ ਮਾਪਦੰਡ ਨਹੀਂ। ਸੋ ਅੱਗੇ ਜਾ ਕੇ ਅਮਲਾਂ ਉੱਤੇ ਪਛਾਣ ਹੋਵੇਗੀ ਕਿ ਮਾਰ ਕਿਸ ਨੂੰ ਪੈਂਦੀ ਹੈ। ਅੱਗੇ ਜਾ ਕੇ ਦਾ ਮਤਲਬ ਮਰਨ ਤੋਂ ਬਾਅਦ ਜਿਹੜਾ ਅਗਲਾ ਜਿਹੜਾ ਪ੍ਰਲੋਕ ਹੈ ਉਸ ਵਿੱਚ ਕਿਸੇ ਨੂੰ ਕੀ ਮਿਲਦਾ ਹੈ। ਜਿਹੜੇ ਇੱਥੇ ਅਮਲ ਕੀਤੇ ਹੋਏ ਹਨ, ਜਿਹੜੇ ਇੱਥੇ ਕਰਮ ਕੀਤੇ ਹੋਏ ਹਨ, ਉਹਨਾਂ ਅਨੁਸਾਰ ਨਿਬੇੜਾ ਹੁੰਦਾ ਹੈ। ਇਹਨਾਂ ਪਦਾਰਥਾਂ ਦੇ ਹਿਸਾਬ ਨਾਲ ਨਿਬੇੜਾ ਨਹੀਂ ਹੁੰਦਾ ਕਿ ਕਿਸੇ ਕੋ ਪਦਾਰਥ ਬਹੁਤ ਸਨ ਉਹ ਜੀਵਨ ਮੁਕਤ ਹੋ ਗਿਆ, ਕਿਸੇ ਕੋ ਪਦਾਰਥ ਘੱਟ ਸਨ ਉਹ ਜਨਮ ਮਰਨ ਵਿੱਚ ਚਲਾ ਗਿਆ। ਤੋ ਐਸਾ ਮਾਪ-ਤੋਲ ਜਿਹੜਾ ਹੈ ਉਹ ਪਦਾਰਥਾਂ ਵਾਲਾ ਮਾਪ-ਤੋਲ ਰੱਬ ਦੇ ਕੋਲ, ਰੱਬ ਦੇ ਦਰ ਤੇ ਨਹੀਂ ਹੈ। ਪਾਸ ਦਮਾਮੇ ਛਾਤ ਸਿਰੇ ਤੇਰੀ ਛੱਡੋ ਰਾਡੋ ਜਾਏ ਸੁੱਤੇ ਜੀ ਰਾਣ ਵਹੇ ਜਿਨ੍ਹਾਂ ਕੋਲ ਪਾਸ ਮੈਨੇ ਕੋਲ, ਜਿਨ੍ਹਾਂ ਦੇ ਕੋਲ ਦਮਾਮੇ ਧੌਂਸੇ ਰੱਖੇ ਹੋਏ ਸਨ, ਨਗਾਰੇ ਰੱਖੇ ਹੋਏ ਸਨ, ਸਿਰ ਤੇ ਛਤਰ ਝੁਲਦੇ ਸਨ, ਭੇਰੀ ਦਾ ਮਤਲਬ ਹੁੰਦਾ ਤੂਤੀਆਂ, ਨਗਾਰੇ ਤੂਤੀਆਂ ਵੱਜਦੀਆਂ ਸਨ ਜਿਸ ਦੇ ਦਰ ਤੇ ਛੱਡੋ ਰੱਡ। ਛੱਡੋ ਦਾ ਮਤਲਬ ਹੈ ਸੱਦ, ਰੱਡ ਦਾ ਮਤਲਬ ਇੱਕ ਛੰਦ ਦਾ ਨਾਮ ਹੈ ਜੋ ਸਿਵ ਸਲਾਹ ਕਰਨ ਵਾਸਤੇ ਵਰਤਿਆ ਜਾਂਦਾ ਹੈ, ਰੱਡ। ਤੇ ਫਰੀਦ ਜੀ ਕਹਿੰਦੇ ਜਿਨ੍ਹਾਂ ਦੇ ਕੋਲ ਇਸ ਤਰ੍ਹਾਂ ਦੇ ਧਨ ਪਦਾਰਥ ਸਨ, ਬਹੁਤੀਆਂ ਵਿਸ਼ ਗੰਦਲਾਂ ਇਕੱਠੀਆਂ ਕੀਤੀਆਂ ਸਨ, ਦਮਾਮੇ ਨਗਾਰੇ ਵੱਜ ਰਹੇ ਸਨ, ਜਿਨ੍ਹਾਂ ਦੇ ਦਰ ਤੇ ਸਿਰ ਤੇ ਛਤਰ ਝੁੱਲ ਰਹੇ ਸਨ, ਤੂਤੀਆਂ ਵੱਜਦੀਆਂ ਸਨ, ਤੇ ਉਹਨਾਂ ਦੀ ਸਿਫਤ ਸਲਾਹ ਦੇ ਛੰਦ ਵੀ ਲੋਕਾਂ ਵੱਲੋਂ ਗਾਏ ਜਾਂਦੇ ਸਨ। ਉਹਨਾਂ ਨੂੰ ਵੀ ਸੱਦਾ ਆ ਗਿਆ, ਛੱਡੋ, ਛੱਡੋ ਮੈਨੇ ਸੱਦ, ਸੱਦਾ। ਉਹ ਵੀ ਆਖਰ ਮਸਾਣਾ ਵਿੱਚ ਜਾ ਸੁੱਤੇ, ਜਾਏ ਸੁੱਤੇ ਜੀਰਾਨ ਮੈਂ,
ਉਹ ਵੀ ਮਸਾਣਾ ਵਿੱਚ ਜਾ ਸੁੱਤੇ, ਸ਼ਮਸ਼ਾਨ ਭੂਮੀ ਵਿੱਚ ਚਲੇ ਗਏ। ਤੇ ਥੀਏ ਅਤੀਮਾ ਗੱਡ, ਅਤੀਮਾ ਦਾ ਮਤਲਬ ਹੈ ਯਤੀਮ, ਤੇ ਉਹ ਵੀ ਯਤੀਮਾਂ ਨਾਲ ਜਾ ਰਲੇ, ਭਾਵ ਯਤੀਮਾਂ ਵਰਗੇ ਹੀ ਹੋ ਗਏ, ਉਹਨਾਂ ਦਾ ਕੁਝ ਵੀ ਨਹੀਂ ਰਿਹਾ ਸੰਸਾਰ ਉੱਤੇ। ਇਸ ਕਰਕੇ ਇਹਨਾਂ ਦਾ ਚੀਜ਼ਾਂ ਦਾ ਮਾਣ ਕਰਨਾ ਜਿਹੜਾ ਹੈ, ਹੰਕਾਰ ਕਰਨਾ, ਉਸ ਤੋਂ ਫਰੀਦ ਜੀ ਨੇ ਸਾਨੂੰ ਵਰਜਣ ਦੀ ਕੋਸ਼ਿਸ਼ ਕੀਤੀ ਹੈ। ਫਰੀਦਾ ਕੋਠੇ ਮੰਡਪ ਮਾੜੀਆਂ, ਉਹ ਸਾਰੇ ਦੇ ਵੀ ਗਏ, ਕੂੜਾ ਸੌਦਾ ਕਰ ਗਏ, ਗੋਰੀ ਆਏ ਰਹੇ। ਕੋਠੇ ਘਰ, ਮਹੱਲ, ਮੰਡਪ, ਸੋ ਮੰਡ ਦਾ ਮਤਲਬ ਸ਼ਾਮਿਆਨੇ, ਮਾੜੀਆਂ, ਚੁਬਾਰੇ, ਮਹੱਲ ਆਦਿਕ। ਤੋ ਫਰੀਦ ਜੀ ਕਹਿੰਦੇ ਹਨ ਕਿ ਫਰੀਦ, ਵਿਸ਼ ਗੰਦਲਾਂ ਦੇ ਜਿਹੜੇ ਵਪਾਰੀ ਸਨ ਉਹਨਾਂ ਵੱਲ ਦੇਖੋ, ਘਰ, ਮਹੱਲ, ਮਾੜੀਆਂ ਉਸਾਰਨ ਵਾਲੇ ਵੀ ਇਹਨਾਂ ਨੂੰ ਛੱਡ ਕੇ ਚਲੇ ਗਏ। ਕੋਠੇ, ਮੰਡਪ, ਮਾੜੀਆਂ ਉਸਾਰਨ ਦੇ ਵੀ ਗਏ, ਇਹਨਾਂ ਨੂੰ ਉਸਾਰਨ ਵਾਲੇ ਵੀ ਚਲੇ ਗਏ, ਲੱਦ ਗਏ ਸੰਸਾਰ ਤੋਂ। ਕੀ ਕਰ ਗਏ ਆਖਰ ਵਿੱਚ? ਕੂੜਾ ਸੌਦਾ ਕਰ ਗਏ, ਕੂੜਾ ਸੌਦਾ ਕਰ ਗਏ, ਸੱਚ ਦਾ ਵਪਾਰ ਨਹੀਂ ਕਰਕੇ ਗਏ। ਤੇ ਉਹ ਝੂਠਾ ਸੌਦਾ ਕਰ ਗਏ, ਕੂੜਾ ਸੌਦਾ ਕਰ ਗਏ, ਜੋ ਨਾਲ ਨਿਭਣ ਵਾਲਾ ਨਹੀਂ ਸੀ। ਐਸਾ ਸੌਦਾ, ਐਸੀ ਖੱਟੀ ਖੱਟ ਗਏ ਜਿਹੜੀ ਨਾਲ ਨਿਭਣ ਵਾਲੀ ਨਹੀਂ ਸੀ। ਗੋਰੀ ਆਏ ਪਏ, ਸੋ ਗੋਰੀ ਦਾ ਮਤਲਬ ਹੈ ਕਬਰਾਂ ਵਿੱਚ। ਗੋਰੀ ਤੇ ਗੋਰੀ, ਸੋ ਗੋਰੀ ਸ਼ਬਦ ਜਿਹੜਾ ਹੈ ਇਹ ਇੱਕ ਵਚਨ ਹੈ। ਗੋਰੀ ਇਹ ਸੰਬੰਧ ਕਾਰਕ ਬਹੁ ਵਚਨ ਹੈ। ਗੋਰਾਂ ਵਿੱਚ, ਕਬਰਾਂ ਵਿੱਚ ਸੰਬੰਧ ਕਾਰਕ ਬਹੁ ਵਚਨ ਬਣ ਜਾਂਦਾ ਗੋਰੀ। ਤੇ ਇਸ ਤਰ੍ਹਾਂ ਇੱਥੇ ਬਿੰਦੀਆਂ ਉਚਾਰਨ ਜਿਹੜਾ ਉਹ ਫਬਦਾ ਹੈ। ਤੇ ਅੰਤ ਖਾਲੀ ਹੱਥ ਚਲੇ ਗਏ ਇੱਥੋਂ, ਤੇ ਕਬਰਾਂ ਵਿੱਚ ਜਾ ਕੇ ਪੈ ਗਏ। ਤੋ ਇਹ ਵਿਸ਼ ਗੰਦਲਾਂ ਦੇ ਜਿਹੜੇ ਵਪਾਰੀ ਹਨ, ਉਹਨਾਂ ਦੇ ਵੱਲ ਇਹ ਇਸ਼ਾਰੇ ਕੀਤੇ ਹੋਏ ਹਨ ਕਿ ਉਹਨਾਂ ਨੇ ਬੜੀ ਧਨ ਦੌਲਤ ਨਾਲ ਇਹ ਸਾਰਾ ਕੁਝ ਬਣਾਇਆ, ਪਰ ਰੱਬ ਵੱਲੋਂ ਟੁੱਟੇ ਰਹੇ। ਇਸ ਕਰਕੇ ਜਿਹੜਾ ਵਪਾਰ ਕੀਤਾ, ਉਹਨਾਂ ਨੇ ਸੌਦਾ ਕੀਤਾ, ਉਹ ਝੂਠਾ ਨਿਕਲਿਆ। ਫਰੀਦਾ ਖਿੰਥੜੀ ਮੇਖਾਂ ਅਗਲੀਆਂ, ਜ਼ਿੰਦੁ ਨਾ ਕਾਈ ਮੇਖ, ਵਾਰੀ ਆਪੋ ਆਪਣੀ ਚੱਲੇ ਮਸ਼ਾਇਕ ਸ਼ੇਖ। ਖਿੰਥੜੀ ਤੇ ਭਾਵ ਹੈ ਗੋਦੜੀ, ਖਿੰਥੜੀ ਗੋਦੜੀ। ਮੇਖਾਂ ਅਗਲੀਆਂ, ਮੇਖਾਂ ਦਾ ਮਤਲਬ ਹੈ ਟਾਂਕੇ, ਤੋਪੇ ਲਾਉਣੇ। ਅਗਲੀਆਂ ਦਾ ਮਤਲਬ ਬਹੁਤ, ਜਿੱਦਾਂ ਅਗਲਾ ਹੈ, ਇੱਕ ਨਾ ਆਟਾ ਅਗਲਾ ਮੈਨੇ ਬਹੁਤ ਆਟਾ ਹੈ, ਇਸ ਤਰ੍ਹਾਂ ਇੱਥੇ ਅਗਲੀਆਂ ਹੈ, ਬਹੁਤ ਜ਼ਿਆਦਾ ਟਾਂਕੇ ਲੱਗੇ ਹੋਏ ਹਨ ਗੋਦੜੀ ਨੂੰ। ਜ਼ਿੰਦ ਨਾ ਕਾਈ ਮੇਖ, ਜ਼ਿੰਦ ਦਾ ਮਤਲਬ ਹੈ ਇਹ ਰੂਹ, ਇਹ ਆਤਮਾ, ਜੀਵਾਤਮਾ ਜਿਹੜਾ ਪ੍ਰਾਣੀ ਵਿੱਚ ਹੈ, ਜਿਸ ਦੁਆਰਾ ਪ੍ਰਾਣੀ ਜਿਉਂਦਾ ਹੈ। ਮਸ਼ਾਇਕ, ਸ਼ੇਖ ਸ਼ਬਦ ਦਾ ਬਹੁ ਵਚਨ ਜਿਹੜਾ ਉਹ ਮਸ਼ਾਇਕ ਹੁੰਦਾ ਹੈ। ਇਸ ਨੂੰ ਮਸ਼ਾਇਕ ਕਿਹਾ ਜਾਂਦਾ, ਮਸਾਇਕ ਨਹੀਂ, ਮਸ਼ਾਇਕ। ਸ਼ੇਖ ਦਾ ਬਹੁ ਵਚਨ ਹੈ, ਮਤਲਬ ਕਈ ਸ਼ੇਖ। ਤੋ ਫਰੀਦ ਜੀ ਨੇ ਇੱਥੇ ਗੱਲ ਕੀਤੀ ਹੈ ਕਿ ਜਿਹੜੀਆਂ ਵਿਸ਼ ਗੰਦਲਾਂ
ਇਹ ਤਾਂ ਕਿਤੇ ਰਹੀਆਂ, ਇਹਦੇ ਆਪਣੀ ਜਿਹੜੀ ਜ਼ਿੰਦ ਹੈ ਇਹਦੀ ਵੀ ਕੋਈ ਪਾਇਆ ਨਹੀਂ ਹੈ। ਇਸ ਨਾਲੋਂ ਤਾਂ ਨਕਾਰੀ ਜਿਹੜੀ ਗੋਦੜੀ ਦਾ ਹੀ ਬਹੁਤਾ ਇਤਬਾਰ ਹੋ ਸਕਦਾ, ਕਿਉਂਕਿ ਗੋਦੜੀ ਨੂੰ ਕਈ ਟਾਂਕੇ ਲੱਗੇ ਹੋਏ ਹਨ, ਜ਼ਿੰਦ ਨੂੰ ਇੱਕ ਵੀ ਟਾਂਕਾ ਨਹੀਂ। ਗੋਦੜੀ ਨੂੰ ਤਾਂ ਕਈ ਟਾਂਕੇ ਲੱਗੇ ਹੋਏ ਹਨ, ਪਰ ਜ਼ਿੰਦ ਜਿਹੜੀ ਹੈ ਇਸ ਨੂੰ ਵੀ ਇੱਕ ਟਾਂਕਾ ਨਹੀਂ ਹੈ। ਕੀ ਪਤਾ ਕਿਹੜੇ ਵੇਲੇ ਸਰੀਰ ਨਾਲੋਂ ਇਹ ਵੱਖ ਹੋ ਜਾਏ। ਜ਼ਿੰਦ ਨੂੰ ਸਰੀਰ ਵਿੱਚ ਪਾਇਆ ਹੋਇਆ ਤੇ ਕੋ ਟਾਂਕੇ ਲਾ ਲਾ ਕੇ ਜ਼ਿੰਦ ਨੂੰ ਸਰੀਰ ਨਾਲ ਜੋੜਿਆ ਨਹੀਂ ਗਿਆ, ਜਿਵੇਂ ਗੋਦੜੀ ਜਿਹੜੀ ਹੈ ਉਸ ਨੂੰ ਟਾਂਕੇ ਲਾ ਲਾ ਕੇ ਉਹਦੀਆਂ ਜਿਹੜੀਆਂ ਪਾਟੀਆਂ ਹੋਈਆਂ ਸੀਣਾਂ ਹਨ ਉਹ ਟਾਂਕੇ ਲਾ ਲਾ ਕੇ ਜੋੜੀਆਂ ਹੁੰਦੀਆਂ ਹਨ, ਜਾਂ ਗੋਦੜੀ ਬਣਾਉਣ ਵਾਸਤੇ ਵੀ ਸੀਣਾਂ ਲੱਗਦੀਆਂ ਹਨ। ਪਰ ਜ਼ਿੰਦ ਜਿਹੜੀ ਹੈ ਇਹਨੂੰ ਤਾਂ ਕੋਈ ਵੀ ਟਾਂਕਾ ਨਹੀਂ ਲੱਗਾ ਹੋਇਆ ਸਰੀਰ ਦੇ ਨਾਲ, ਇਹ ਕੋਈ ਟਾਂਕੇ ਨਾਲ ਨਹੀਂ ਜੋੜੀ ਗਈ, ਜ਼ਿੰਦ ਨੂੰ ਕੋਈ ਟਾਂਕਾ ਨਹੀਂ। ਤੇ ਪਤਾ ਨਹੀਂ ਕਿਹੜੇ ਵੇਲੇ ਸਰੀਰ ਤੋਂ ਇਹ ਵੱਖ ਹੋ ਜਾਏ। ਤੋਂ ਵੱਡੇ ਵੱਡੇ ਜਿਹੜੇ ਸ਼ੇਖ ਆਪਣੇ ਆਪ ਨੂੰ ਕਹਾਉਂਦੇ ਸਨ, ਸ਼ੇਖ ਮਸ਼ਾਇਕ, ਉਹ ਵੀ ਆਪਣੀ ਵਾਰੀ ਆਉਣ ਤੇ ਇੱਥੋਂ ਤੁਰ ਗਏ। ਤੇ ਇਹਦਾ ਮਤਲਬ ਹੈ ਸੰਸਾਰ ਤੋਂ ਸਭ ਨੇ ਜਾਣਾ ਹੈ ਜਿਹੜੀ ਜ਼ਿੰਦ ਹੈ ਇਹ ਸਰੀਰ ਨਾਲ ਕੋਈ ਟਾਂਕਿਆਂ ਨਾਲ ਨਹੀਂ ਜੋੜੀ ਗਈ, ਇਹ ਇੱਕ ਦਿਨ ਇਸਨੇ ਸਰੀਰ ਤੋਂ ਵੱਖ ਹੋ ਜਾਣਾ ਹੈ। ਫਰੀਦਾ ਦੋਹ ਦੀਵੀ ਬਲੰਦਿਆਂ, ਮਲਕ ਬੈਠਾਇਆ, ਗੜ ਲੀਤਾ ਕਾਟ ਲੁੱਟਿਆ, ਦੀਵੜੇ ਗਿਆ ਬੁਝਾਏ ਸ਼ਬਦ ਜਿਹੜਾ ਹੈ ਇਹ ਦੋ ਤਰ੍ਹਾਂ ਦਾ ਹੈ। ਇੱਕ ਹੁੰਦਾ ਬੁਝਾ ਦੇਣਾ, ਜਿਵੇਂ ਫੂਕ ਮਾਰ ਕੇ ਬੁਝਾ ਦੇਣਾ ਹੁੰਦਾ ਦੀਵੇ ਨੂੰ। ਦੂਜਾ ਹੁੰਦਾ ਹੈ ਇਹਦਾ ਬੁਝਣਾ, ਜਿੱਥੇ ਬੁਝਣਾ ਅਰਥ ਹੋਵੇ ਉੱਥੇ ਪੜ੍ਹੇ ਜਾਂਦਾ ਬੁਝਾਏ। ਬੁਝਾਏ ਬੱਬੇ ਤੇ ਅਧਿਕ ਸਾਊਂਡ ਜਿਹੜੀ ਹੈ ਉਹਦੇ ਨੂੰ ਯੂਜ਼ ਕਰਕੇ ਪਾਠ ਹੁੰਦਾ ਹੈ, ਜਿੱਥੇ ਦਾ ਅਰਥ ਬੁਝਣਾ ਹੋਵੇ। ਇੱਥੇ ਹੈ ਸੌਫਟ ਸਾਊਂਡ ਹੈ ਬੁਝਾਏ, ਦੀਵੇ ਬੁਝਾ ਗਿਆ। ਸੋ ਦੋ ਦੀਵੀ ਬਲੰਦਿਆਂ, ਇਹ ਦੋ ਦੀਵੇ ਅਜੇ ਜਗਦੇ ਹੀ ਸਨ। ਇਹ ਕਿਹੜੇ ਦੀਵੇ? ਦੋ ਹਨ ਅੱਖਾਂ। ਇਹਨਾਂ ਦੋਹਾਂ ਅੱਖਾਂ ਦੇ ਸਾਹਮਣੇ ਹੀ ਦੋ ਦੀਵੀ ਬਲੰਦਿਆਂ ਸੇ, ਇਹ ਦੋਵੇਂ ਅੱਖਾਂ ਦੇ ਜਿਹੜੇ ਅੱਖਾਂ ਰੂਪੀ ਦੀਵੇ ਹੈ ਇਹਨਾਂ ਦੇ ਸਾਹਮਣੇ ਇਹ ਜਦੋਂ ਜਗਦੇ ਹੀ ਸਨ ਤਾਂ ਕੀ ਹੋਇਆ? ਜਦੋਂ ਇਹ ਦੀਵੇ ਬਲਦੇ ਸਨ, ਜਗਦੇ ਸਨ, ਮਲਕ ਬੈਠਾ ਹੈ। ਮਲਕ ਦਾ ਮਤਲਬ ਹੈ ਮੌਤ ਦਾ ਫਰਿਸ਼ਤਾ। ਅੱਗੇ ਵੀ ਸ਼ਬਦ ਪਹਿਲਾਂ ਆ ਚੁੱਕਾ ਹੈ ਮਲਕ। ਮਲਕ ਜੇ ਕੰਨੀ ਸੁਣੀਂਦਾ, ਮੂੰਹ ਦੇਖਾ ਲਿਆ। ਤੋ ਮਲਕੁਲ ਮੌਤ ਜਿਹਨੂੰ ਕਹਿੰਦੇ ਨਾ, ਇਹ ਸ਼ਾਰਟ ਹੈ ਮਲਕ। ਮਲਕੁਲ ਮੌਤ, ਮੌਤ ਦਾ ਫਰਿਸ਼ਤਾ। ਤੋ ਇੱਥੇ ਫਰੀਦ ਜੀ ਕਹਿੰਦੇ ਨੇ ਮੌਤ ਦਾ ਫਰਿਸ਼ਤਾ ਜਿਹੜਾ ਆ ਬੈਠਾ ਆਏ, ਉਹ ਆ ਗਿਆ ਇਹਨਾਂ ਦੋਹਾਂ ਦੀਵਿਆਂ ਦੇ ਜਗਦਿਆਂ ਹੀ, ਇਹਨਾਂ ਦੋਹਾਂ ਅੱਖਾਂ ਦੇ ਸਾਹਮਣੇ ਦੋ ਦੀਵੀ ਬਲੰਦਿਆਂ ਤੇ ਆ ਗਿਆ ਮੌਤ ਦਾ ਫਰਿਸ਼ਤਾ। ਤੋ ਜਿਸ ਬੰਦੇ ਦੇ ਕੋਲ ਵੀ ਆ ਕੇ ਬਹਿ ਗਿਆ, ਮਲਕ ਬੈਠਾ ਏ, ਫੇ ਕੀ ਹੋਇਆ? ਗੜ ਲੀਤਾ ਕਾਟ ਲੁੱਟਿਆ, ਦੀਵੜੇ ਗਿਆ ਬੁਝਾਏ। ਗੜ ਲੀਤਾ, ਗੜ ਦਾ ਮਤਲਬ ਹੈ ਗੜ ਮੈਨੇ ਉੱਦਾਂ ਕਿਲਾ ਹੁੰਦਾ, ਇੱਥੇ ਸਰੀਰ ਰੂਪ ਜਿਹੜਾ ਕਿਲਾ ਹੈ ਉਹਦੀ ਗੱਲ ਹੈ। ਗੜ ਲੀਤਾ ਕਾਟ ਲੁੱਟਿਆ, ਸੋ ਘੜ ਦਾ ਮਤਲਬ ਹਿਰਦਾ। ਤੇ ਉਸਨੇ ਗੜ ਲੀਤਾ ਮੈਨੇ ਗੜ ਤੇ ਕਬਜ਼ਾ ਕਰ ਲਿਆ, ਸਰੀਰ ਰੂਪੀ ਕਿਲੇ ਤੇ ਉਸਨੇ ਲੀਤਾ ਲੈ ਲਿਆ, ਇਸ ਨੂੰ ਮਤਲਬ ਇਹਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਕਾਟ ਲੁੱਟਿਆ ਤੇ ਅੰਤःਕਰਨ ਜਿਹੜਾ ਉਹ ਵੀ ਉਸਨੇ ਲੁੱਟ ਲਿਆ। ਜ਼ਿੰਦ ਕਾਬੂ ਕਰ ਲਈ, ਸਰੀਰ ਕਾਬੂ ਕਰ ਲਿਆ, ਜ਼ਿੰਦ ਵੀ ਕਾਬੂ ਕਰ ਲਈ। ਤੇ ਕੀ ਕੀਤਾ ਫਿਰ ਆ ਕੇ? ਦੀਵੜੇ ਗਿਆ ਬੁਝਾਏ, ਦੀਵੜੇ ਗਿਆ ਬੁਝਾਏ। ਇਹ ਦੀਵੇ ਜਿਹੜੇ
ਸਨ, ਅੱਖਾਂ ਜਿਹੜੀਆਂ ਜਿਨ੍ਹਾਂ ਰਾਹੀਂ ਬੰਦਾ ਦੇਖਦਾ ਹੈ, ਇਹ ਦੀਵੇ ਬੁਝਾ ਕੇ ਚਲਾ ਗਿਆ। ਦੀਵੇ ਬੁਝਾ ਕੇ ਚਲਾ ਗਿਆ ਭਾਵ ਮੌਤ ਦੇ ਹਵਾਲੇ ਕਰਕੇ ਚਲਾ ਗਿਆ ਸਰੀਰ ਨੂੰ। ਤੇ ਇਹ ਹਾਲਤ ਜਿਹੜੀ ਹੈ ਫਰੀਦ ਨੇ ਇੱਥੇ ਬਿਆਨ ਕੀਤੀ ਹੈ ਕਿ ਕਿਸ ਤਰ੍ਹਾਂ ਬੰਦਾ ਜਿਹੜਾ ਹੈ ਇਹ ਮੌਤ ਦੀ ਲਪੇਟ ਵਿੱਚ ਆਉਂਦਾ। ਫਰੀਦਾ ਵੇਖ ਕਪਾਹ ਜਿਥਿਆ, ਜੀ ਸਿਰਥਿਆ ਤਿਲਾ, ਕਮਦ ਆਰੂ ਕਾਗਦ ਪੁੰਨੇ ਕੋਇਲਿਆ। ਮੰਦੇ ਮੰਦੇ ਅਮਲ ਕਰੇਂਦਿਆ, ਇਹ ਸਜ਼ਾ ਤੇਨਾ। ਇੱਥੇ ਉਦਾਹਰਨਾਂ ਦਿੱਤੀਆਂ ਹਨ। ਮੰਦੇ ਅਮਲ ਕਰੇਂਦਿਆਂ ਇਹ ਸਜ਼ਾ ਤੇ ਨਾ ਸੰਸਾਰ ਵਿੱਚ ਪੈਦਾ ਹੋ ਕੇ ਮੰਦੇ ਅਮਲ ਕਰਨ ਵਾਲਿਆਂ ਨੂੰ, ਪਾਪ ਕਰਨ ਵਾਲਿਆਂ ਨੂੰ, ਠੱਗੀ ਕਰਨ ਵਾਲਿਆਂ ਨੂੰ, ਦੂਜਿਆਂ ਨਾਲ ਧੋਖਾ ਕਰਨ ਵਾਲਿਆਂ ਨੂੰ ਕੀ ਸਜ਼ਾ ਮਿਲਦੀ ਹੈ। ਕੁਝ ਉਦਾਹਰਨਾਂ ਦਿੱਤੀਆਂ ਹਨ, ਉਹਨਾਂ ਦਾ ਕੀ ਹਾਲ ਹੁੰਦਾ ਹੈ, ਉਹ ਕਿਵੇਂ ਦੁਖੀ ਹੁੰਦੇ ਹਨ। ਇੱਥੇ ਉਦਾਹਰਨਾਂ ਦਿੱਤੀਆਂ। ਪਹਿਲੀ ਉਦਾਹਰਨ, ਫਰੀਦਾ ਵੇਖ ਕਪਾਹ ਜੀਥਿਆ। ਦੇਖ ਫਰੀਦ ਜੀ ਕਹਿੰਦੇ ਹਨ ਕਪਾਹ ਨਾਲ ਕੀ ਬੀਤਦੀ ਹੈ, ਕਪਾਹ ਦੀ ਕੀ ਹਾਲਤ ਹੁੰਦੀ ਹੈ। ਕਪਾਹ ਵੇਲਣੇ ਵਿੱਚ ਦੀ ਵੇਲੀ ਜਾਂਦੀ ਹੈ, ਇਹ ਕਪਾਹ ਦੀ ਹਾਲਤ ਹੁੰਦੀ ਹੈ। ਕਿਉਂਕਿ ਕਪਾਹ ਜਿਹੜੇ ਵੜੇਵੇਂ ਆ, ਕਪਾਹ ਨਾਲੋਂ ਅਲੱਗ ਕਰਨ ਵਾਸਤੇ ਕਪਾਹ ਦੀਆਂ ਜਿਹੜੀਆਂ ਫੁੱਟੀਆਂ ਤੋਂ ਵੜੇਵੇਂ ਅਲੱਗ ਕਰਨ ਵਾਸਤੇ ਉਹਨੂੰ ਵੇਲਣ ਵਿੱਚ ਪੀੜਿਆ ਜਾਂਦਾ ਹੈ। ਵੜੇਵੇਂ ਅਲੱਗ ਹੋ ਜਾਂਦੇ ਹਨ ਤੇ ਬਾਕੀ ਕਪਾਹ ਜਿਹੜੀ ਹੈ ਉਹਦੀਆਂ ਫੁੱਟੀਆਂ ਅਲੱਗ ਹੋ ਜਾਂਦੀਆਂ, ਜਿੱਥੋਂ ਰੂਮ ਵਗੈਰਾ ਬਣਦਾ ਹੈ, ਫਿਰ ਧਾਗੇ, ਫਿਰ ਕੱਪੜੇ, ਸਭ ਕੁਝ ਬਣਦਾ। ਤੇ ਪਹਿਲੀ ਉਦਾਹਰਨ ਹੈ ਵੀ ਕਪਾਹ ਨਾਲ ਜਿਹੜੀ ਬੀਤਦੀ ਹੈ ਇਹਨੂੰ ਆਪਣੇ ਸਾਹਮਣੇ ਰੱਖ। ਜੀ ਸਿਰ ਥੀਆ ਤਿਲਾਂ। ਦੂਜੀ ਉਦਾਹਰਨ ਹੈ ਤੂੰ ਤਿਲਾਂ ਵੱਲ ਦੇਖ, ਤਿਲਾਂ ਵੱਲ ਦੇਖ। ਤਿਲਾਂ ਦਾ ਤੇਲ ਕੱਢਣਾ ਹੋਵੇ ਤਾਂ ਉਹ ਇੰਨਾ ਸੌਖਾ ਕੰਮ ਨਹੀਂ ਹੈ। ਤਿਲਾਂ ਨੂੰ ਪਿੜ ਜਾਣਾ ਪੈਂਦਾ ਹੈ, ਤਿਲਾਂ ਨੂੰ ਪੀੜਿਆ ਜਾਂਦਾ ਹੈ। ਕੋਹਲੂ ਵਿੱਚ ਤਿਲ ਪੀੜੇ ਜਾਂਦੇ ਹਨ। ਇਹ ਤਿਲਾਂ ਦਾ ਹਾਲ ਹੁੰਦਾ। ਉਹਨੂੰ ਤੋਂ ਤੇਲ ਕੱਢਣ ਵਾਸਤੇ ਉਹਨਾਂ ਨੂੰ ਇਹ ਸਜ਼ਾ ਮਿਲਦੀ ਹੈ ਵੀ ਆਓ ਤੁਹਾਨੂੰ ਕੋਹਲੂ 'ਚ ਪੀੜਦੇ ਹਾਂ। ਸੋ ਕੋਹਲੂ 'ਚ ਪੀੜਨ ਵਾਲੇ ਤਿਲ ਹੋ ਗਏ ਤੇ ਕਪਾਹ ਵੇਲਣੇ ਵਿੱਚ ਬੀਲੀ ਜਾਂਦੀ ਹੈ, ਪੀੜੀ ਜਾਂਦੀ ਹੈ। ਇਹ ਦੋ ਉਦਾਹਰਨਾਂ ਹੋ ਗਈਆਂ। ਅੱਗੇ ਕਹਿੰਦੇ ਹਨ ਕਮਦ ਅਰ ਕਾਗਦ ਪੁੰਨੇ ਕੋਇਲਿਆ। ਕਮਾਦ, ਕਮਾਦ ਦੀ ਉਦਾਹਰਣ ਹੈ, ਗੰਨਿਆਂ ਦੀ ਉਦਾਹਰਣ ਹੈ ਕਮਾਦ। ਫਿਰ ਕਮਾਦ ਨਾਲ ਕੀ ਬੀਤਦੀ ਹੈ ਸਭ ਨੂੰ ਪਤਾ ਕਿ ਕਮਾਦ ਨੂੰ ਵੱਢਿਆ ਜਾਂਦਾ ਹੈ, ਟੋਟੇ ਕੀਤੇ ਜਾਂਦੇ ਹਨ ਤੇ ਫਿਰ ਟੋਟੇ ਕਰਕੇ ਉਹਨੂੰ ਫਿਰ ਬੀਜਦੇ ਆ ਜੇ ਬੀਜਣਾ ਹੈ। ਤੇ ਜਦੋਂ ਉਹਦੇ ਵਿੱਚੋਂ ਫਿਰ ਰਸ ਕੱਢਣੀ ਹੈ ਉਹਨੂੰ ਵੀ ਬੇਲਣੇ ਵਿੱਚ ਪੀੜਿਆ ਜਾਂਦਾ ਹੈ। ਇਹ ਕਮਾਦ ਦਾ ਹਾਲ ਹੁੰਦਾ। ਕਾਗਜ਼, ਕਾਗਜ਼ ਜਿਹੜਾ ਹੈ ਉਹਨੂੰ ਵੀ ਕੈਂਚੀ ਕੱਟਦੀ ਹੈ, ਲੋੜ ਮੁਤਾਬਕ ਉਹਦੇ ਫੁੱਲ ਬੂਟੇ ਲੋਕ ਬਣਾਉਂਦੇ ਹਨ। ਮਿੱਟੀ ਦੀ ਹਾਂਡੀ, ਕਮਾਦ ਆਰੂ ਕਾਗਦ। ਆਰੂ ਦਾ ਮਤਲਬ ਅਤੇ ਐੜਾ ਰਾਰੇ ਨੂੰ ਸਿਆਰੀ ਹੋਵੇ ਇਹਦਾ ਮਤਲਬ ਹੁੰਦਾ ਦੁਸ਼ਮਣ, ਰਾਰੇ ਨੂੰ ਔਂਕੜ ਹੋਵੇ ਤਾਂ ਇਹਦਾ ਮਤਲਬ ਹੁੰਦਾ ਹੈ ਅਤੇ। ਤੇ ਕਈ ਕਹਿੰਦੇ ਹਨ ਇਹ ਜੇ ਨਾ ਔਂਕੜ ਪੜ੍ਹਨਾ ਚਾਹੀਦਾ ਨਾ ਸਿਆਰੀ ਪੜ੍ਹਨੀ ਚਾਹੀਦੀ ਹੈ, ਫਿਰ ਕੀ ਪੜ੍ਹਨਾ ਚਾਹੀਦਾ? ਕਹਿੰਦੇ ਆਰ ਪੜ੍ਹਨਾ ਚਾਹੀਦਾ। ਉਹਨੂੰ ਪੁੱਛੇ ਵੀ ਆਰ ਦਾ ਤਾਂ ਕੋਈ ਮਤਲਬ ਨਹੀਂ ਹੈ, ਆਰ ਦਾ ਕੋਈ ਮਤਲਬ ਨਹੀਂ ਹੈ। ਮਤਲਬ ਗੁਰਬਾਣੀ ਵਿੱਚ ਰਾਰੇ ਨੂੰ ਔਂਕੜ ਨਾਲ ਹੁੰਦਾ ਜਾਂ ਰਾਰੇ ਨੂੰ ਸਿਆਰੀ ਨਾਲ ਹੁੰਦਾ ਹੈ। ਤੇ ਜੇ ਸੁਣਨ ਵਾਲੇ ਨੂੰ ਪਤਾ ਲੱਗਾ ਵੀ ਇਹ ਆਰੂ ਪੜ੍ਹਿਆ ਕਿ ਆਰੀ ਪੜ੍ਹਿਆ, ਜਾਂ ਪੜ੍ਹਨ ਵਾਲੇ ਨੂੰ ਵੀ ਨਹੀਂ ਪਤਾ ਕਿ ਇਹ ਇੱਥੇ ਸਿਆਰੀ ਹੈ ਕਿ ਔਂਕੜ ਹੈ, ਇਹਦੇ ਅਰਥ ਨਹੀਂ ਬਣ ਸਕਦੇ ਪਿਆਰਿਓ। ਤੇ ਆਰੂ ਦਾ ਮਤਲਬ ਹੈ ਤੇ ਅਰੀ ਦਾ ਮਤਲਬ ਹੈ ਦੁਸ਼ਮਣ। ਧਿਆਨ 'ਚ ਰੱਖਣ ਦੀ ਗੱਲ ਹੈ ਮਾਤਰਾ। ਕੁੰਨੇ ਕੋਇਲਿਆਂ, ਕੁੰਨੇ ਸੋ ਕੁੰਨੀ ਦਾ ਮਤਲਬ ਹੁੰਦਾ ਮਿੱਟੀ ਦੀ ਹਾਂਡੀ ਤੇ ਉਹ ਕੋਇਲਿਆਂ ਉੱਪਰ ਚੜ੍ਹਦੀ ਹੈ। ਮਿੱਟੀ ਦੀ ਹਾਂਡੀ ਜਿਹੜੀ ਹੈ ਉਹਦੇ ਵਿੱਚ ਕੋਈ ਚੀਜ਼ ਬਣਾਉਣੀ ਹੈ ਤੇ ਉਹਨੂੰ ਫਿਰ ਚੁੱਲ੍ਹੇ ਉੱਤੇ ਚਾੜਿਆ ਜਾਂਦਾ ਹੈ।
ਉਹ ਥੱਲੇ ਅੱਗ ਬਾਲੀ ਜਾਂਦੀ ਹੈ। ਇਹ ਕੁਝ ਉਦਾਹਰਨਾਂ ਦਿੱਤੀਆਂ। ਕੁੰਨੇ ਕੋਇਲਿਆਂ ਤੇ ਮਿੱਟੀ ਦੀ ਹਾਂਡੀ ਨਾਲ, ਤੇ ਦੂਜਾ ਕੋਲਿਆਂ ਨਾਲ ਕੀ ਬੀਤਦੀ ਆ। ਸੋ ਕੋਇਲੇ ਜਿਹੜੇ ਆ ਉਹਨੂੰ ਕਈ ਵਾਰ ਸੇਵ ਕਰ ਲਈਦਾ ਕਿ ਦੁਬਾਰਾ ਵਰਤਾਂਗੇ, ਉਹਨੂੰ ਫਿਰ ਅੱਗ 'ਚ ਪਾਇਆ ਜਾਂਦਾ ਆ। ਇਹ ਇਸ ਤਰ੍ਹਾਂ ਕੋਲਿਆਂ ਨਾਲ ਤੇ ਹਾਂਡੀ ਨਾਲ ਬੀਤਦੀ ਆ। ਫਿਰ ਫਰੀਦ ਜੀ ਨੇ ਇਹ ਫਿਰ ਉਦਾਹਰਨ ਦੇ ਕੇ ਕੀ ਕਿਹਾ, ਮੰਦੇ ਅਮਲ ਕਰੇਂਦਿਆਂ ਇਹ ਸਜ਼ਾ ਤੇ ਨਾ। ਤੋ ਇਸ ਤਰ੍ਹਾਂ ਜਿਸ ਤਰ੍ਹਾਂ ਇਹਨਾਂ ਵਸਤੂਆਂ ਦਾ ਹਾਲ ਹੁੰਦਾ ਹੈ, ਸੰਸਾਰ ਦੀਆਂ ਵਿਸ਼ ਗੰਦਲਾਂ ਦੀ ਖਾਤਰ, ਖੰਡ ਨਾਲ ਲਪੇਟੀਆਂ ਗੰਦਲਾਂ ਦੀ ਖਾਤਰ, ਸੰਸਾਰ ਦੇ ਵੱਖ-ਵੱਖ ਮਿੱਠੇ ਪਦਾਰਥਾਂ ਦੀ ਖਾਤਰ ਜਿਹੜੇ ਲੋਕ ਇਸ ਤਰ੍ਹਾਂ ਦੇ ਭੈੜੇ ਕੰਮ ਕਰਦੇ ਹਨ, ਤਿਉਂ-ਤਿਉਂ ਉਹਨਾਂ ਨੂੰ ਦੁੱਖ ਝੱਲਣੇ ਪੈਂਦੇ ਹਨ। ਜਿਵੇਂ ਇੱਥੇ ਕਪਾਹ ਨੂੰ, ਤਿਲਾਂ ਨੂੰ ਤੇ ਹੋਰ ਪਦਾਰਥਾਂ ਨੂੰ ਦੁੱਖ ਝੱਲਣੇ ਪੈਂਦੇ ਹਨ। ਫਰੀਦਾ ਕਾਨੀ ਮੁਸੱਲਾ ਸੂਫ ਗਲੀ, ਦਿੱਲੀ ਕਾਤੀ ਗੁੜਵਾਤੀ, ਬਾਹਰੀ ਦਿਸੈ ਚਾਨਣਾ, ਦਿੱਲੀ ਅੰਧਿਆਰੀ ਰਾਤੀ। ਕੰਨ ਇੱਕ ਹੁੰਦਾ ਕੰਨ, ਇੱਕ ਹੁੰਦਾ ਕੰਨ। ਜਦੋਂ ਕੰਨ ਹੋਵੇ, ਇਹ ਆਪਣਾ ਸੁਣਨ ਵਾਲਾ ਔਰਗਨ ਹੈ ਕੰਨ, ਤੇ ਜਿੱਥੇ ਅਰਥ ਹੋਵੇ ਮੋਢਾ, ਉੱਥੇ ਕੰਨ ਨਹੀਂ ਪੜ੍ਹਿਆ ਜਾਂਦਾ, ਨੰਨੇ ਨੂੰ ਭਾਰਾ ਕਰਕੇ ਪੜ੍ਹਿਆ ਕੰਨ। ਕੰਨ ਕੰਧੇ ਉੱਤੇ, ਮੋਢੇ ਉੱਤੇ ਕੀ ਚੁੱਕਿਆ ਹੈ, ਮੁਸੱਲਾ। ਤੇ ਇੱਥੇ ਹੁਣ ਇਹ ਵਿਚਾਰਨ ਵਾਲੀ ਗੱਲ ਹੈ, ਤੇ ਇਹ ਸ਼ਬਦ ਨੂੰ ਮੁਸਲਾ ਪੜ੍ਹਨਾ ਹੈ ਕਿ ਮੁਸੱਲਾ ਪੜ੍ਹਨਾ ਹੈ। ਮੁਸੱਲਾ ਪੜਾਂਗੇ ਤਾਂ ਅਧਿਕ ਦੀ ਵਰਤੋਂ ਕਰਨੀ ਪੈਣੀ ਹੈ, ਮੁਸਲਾ ਪੜਾਂਗੇ ਤਾਂ ਅਧਿਕ ਦੀ ਵਰਤੋਂ ਨਹੀਂ ਕਰਨੀ ਪੈਣੀ, ਨਾ ਲੱਗਾ ਹੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਅਧਿਕ ਕਿਤੇ ਵੀ ਨਹੀਂ ਲੱਗਾ ਹੋਇਆ, ਅਧਿਕ ਦੀ ਵਰਤੋਂ ਕਿਤੇ ਵੀ ਨਹੀਂ ਹੈ, ਨਾ ਪੈਰਾਂ ਵਿੱਚ ਲੱਗੀਆਂ ਬਿੰਦੀਆਂ ਦੀ ਕਿਤੇ ਵਰਤੋਂ ਹੈ। ਪਰ ਇਹਨਾਂ ਦੇ ਉਚਾਰਨ ਤੋਂ ਬਿਨਾਂ ਪਾਠ ਜਿਹੜਾ ਹੈ ਉਹ ਅਧੂਰਾ ਹੁੰਦਾ ਹੈ। ਪੈਰ ਬਿੰਦੀਆਂ ਦੇ ਉਚਾਰਨ ਤੋਂ ਬਿਨਾਂ ਵੀ ਅਧੂਰਾ ਹੈ, ਅਧਿਕ ਦੇ ਉਚਾਰਨ ਤੋਂ ਬਿਨਾਂ ਵੀ ਅਧੂਰਾ ਹੈ। ਜੇ ਅਧਿਕ ਨਹੀਂ ਲੱਗਾ ਤਾਂ ਬੋਲਣਾ ਪੈਂਦਾ ਹੈ, ਜੇ ਪੈਰੀ ਬਿੰਦੀਆਂ ਨਹੀਂ ਲੱਗੀਆਂ ਤਾਂ ਵੀ ਬੋਲਣੀਆਂ ਪੈਂਦੀਆਂ ਹਨ, ਤਾਂ ਅਰਥ ਜਿਹੜੇ ਆ ਉਹ ਸਪਸ਼ਟ ਹੁੰਦੇ। ਜਿਵੇਂ ਸਰਵਣ ਹੈ ਤੇ ਸ਼ਰਵਣ ਹੈ, ਤੇ ਦੋਵੇਂ ਸ਼ਬਦ ਸਰਵਣ ਨਹੀਂ, ਜਾਂ ਦੋਏ ਸ਼ਬਦ ਸ਼ਰਵਣ ਨਹੀਂ। ਜਿੱਥੇ ਅਰਥ ਕੰਨ ਹੁੰਦਾ ਹੈ ਉੱਥੇ ਅਸੀਂ ਕਹਿੰਦੇ ਹਾਂ ਸ਼ਰਵਣ। ਜਿੱਥੇ ਅਰਥ ਹੁੰਦਾ ਹੈ ਦੋਧੀਆਂ, ਦੁੱਧ ਦੇਣ ਵਾਲੀਆਂ ਜਿਹੜੀਆਂ ਹਨ, ਸਮਥਿੰਗ ਫਰੋਮ ਵਿਚ ਮਿਲਕ ਊਜ਼ਿਜ਼, ਜਿਹਨੂੰ ਆਪਾਂ ਥਣ ਕਹਿੰਦੇ ਹਾਂ, ਉਹਨਾਂ ਨੂੰ ਸਰਵਣ ਕਿਹਾ ਜਾਂਦਾ ਹੈ। ਤੇ ਉਹ ਸਰਵਣ ਦਾ ਮਤਲਬ ਹੈ ਜਿਹੜੀ ਥਣਾ ਨਾਲ ਸੰਬੰਧ ਰੱਖਦੀ ਹੈ, ਜਿੱਥੋਂ ਦੁੱਧ ਨਿਕਲਦਾ। ਤੇ ਸ਼ਰਵਣ ਦਾ ਮਤਲਬ ਹੈ ਕੰਨ, ਜਿਨ੍ਹਾਂ ਨਾਲ ਅਸੀਂ ਸ਼ਬਦ ਕੀਰਤਨ ਜਾਂ ਹੋਰ ਗੱਲਾਂ ਮਤਲਬ ਸੁਣਦੇ ਹਾਂ। ਭਾਵੇਂ ਬੋਲਣ ਵਾਲੇ ਸਟੇਜ ਤੇ ਇਹ ਕਹਿੰਦੇ ਸੁਣੇ ਗਏ ਹੁਣ ਜੀ ਸ਼ਬਦ ਸਰਵਣ ਕਰੋ, ਹੁਣ ਜੀ ਪਾਠ ਸਰਵਣ ਕਰੋ, ਹੁਣ ਜੀ ਕੀਰਤਨ ਸਰਵਣ ਕਰੋ। ਉਹ ਭੋਲਿਓ, ਕਦੇ ਗੁਰਬਾਣੀ ਨੂੰ ਚਿੱਤ ਲਾ ਕੇ ਪੜ੍ਹਿਆ, ਇਹਦੇ ਅਰਥ ਵਿਚਾਰ ਕੀਤੇ ਆ ਕਿ ਸਰਵਣ ਦਾ ਅਰਥ ਕੀ ਹੁੰਦਾ। ਉਹ ਸਰਵਣ ਦਾ ਮਤਲਬ ਹੁੰਦਾ ਥਣ ਹੁੰਦਾ। ਹੁਣ ਕੀਰਤਨ ਸਰਵਣ ਕਰੋ, ਕੀ ਅਰਥ ਬਣਿਆ ਇਹਦਾ। ਹੁਣ ਕਥਾ ਸਰਵਣ ਕਰੋ, ਕੀ ਅਰਥ ਬਣਿਆ ਇਹਦਾ। ਵੀ ਸੁਣਨਾ ਥਣਾ ਨੇ ਆ, ਸੁਣਨਾ ਤਾਂ ਕੰਨਾਂ ਨੇ ਆ। ਦੂਜੇ ਕੰਨਾਂ ਨੇ ਸੁਣਨਾ, ਕੰਨਾਂ ਵਾਸਤੇ ਤੁਸੀਂ ਕਹਿੰਦੇ ਆ ਵੀ ਕੰਨਾਂ ਰਾਹੀਂ ਸੁਣੋ, ਤਾਂ ਫਿਰ ਸ਼ਰਵਣ ਬੋਲੋ, ਸ਼ਰਵਣ ਕਹੋ, ਕਥਾ ਸ਼ਰਵਣ ਕਰੋ, ਕੀਰਤਨ ਸ਼ਰਵਣ ਕਰੋ। ਤੇ ਪਿਆਰਿਓ, ਗੁਰੂ ਗ੍ਰੰਥ ਸਾਹਿਬ 'ਚ ਬਹੁਤ ਬਰੀਕੀਆਂ ਹਨ ਬਾਣੀ ਵਿੱਚ। ਜਿਹੜਾ ਨਹੀਂ ਪੜ੍ਹਦਾ ਇਸ ਤਰ੍ਹਾਂ ਅਰਥ ਵਿਚਾਰ ਕਰਕੇ, ਉਹਨਾਂ ਨੂੰ ਸਾਰੀ ਜ਼ਿੰਦਗੀ ਨਾਲ ਬਰੀਕੀਆਂ ਦਾ ਨਹੀਂ ਪਤਾ ਲੱਗ ਸਕਦਾ। ਤੋ ਸਾਹਿਬ ਦਾ ਟੀਕਾ ਜਿਹੜਾ ਹੈ, ਇਸ ਨੂੰ ਲੜੀਵਾਰ ਪੜ੍ਹਨਾ ਚਾਹੀਦਾ। ਭਾਵੇਂ ਇੱਕ ਪੰਨਾ ਪੜ੍ਹੋ ਰੋਜ਼, 2 ਪੰਨੇ ਪੜ੍ਹੋ, ਜਿੰਨਾ ਵੀ ਤੁਸੀਂ ਪੜ੍ਹ ਸਕਦੇ ਆ। ਭਾਵੇਂ ਇੱਕ ਸ਼ਬਦ ਦੇ ਅਰਥ ਹੀ ਪੜ੍ਹੋ, ਤੇ ਇਸ ਤਰ੍ਹਾਂ ਤੁਰੇ ਜਾਓ, ਫਿਰ ਕੁਝ ਸਮਝ ਲੱਗ ਸਕਦੀ। ਨਹੀਂ ਤਾਂ ਸੁਣੀਆਂ ਗੱਲਾਂ ਜਿਹੜੀਆਂ ਬਹੁਤ ਸਾਰੀਆਂ ਗਲਤ ਪ੍ਰਚਲਿਤ ਹੋ ਚੁੱਕੀਆਂ ਹਨ, ਤੇ ਆਮ ਲੋਕ ਉਹਨਾਂ ਦੇ ਪਿੱਛੇ ਹੀ ਚੱਲ ਰਹੇ ਹਨ। ਤੋ ਇਸ ਤਰ੍ਹਾਂ
ਕੰਨ ਮੁਸੱਲਾ, ਇੱਥੇ ਅਧਿਕ ਬੋਲਣਾ ਹੈ, ਮੁਸੱਲਾ ਪੜ੍ਹਨਾ ਹੈ। ਮੁਸਲਾ ਤਾਂ ਮੁਸਲਮਾਨ ਨੂੰ ਵੀ ਕਿਹਾ ਜਾਂਦਾ ਹੈ। ਇੱਥੇ ਮੁਸੱਲਾ ਦਾ ਮਤਲਬ ਹੁੰਦਾ ਹੈ ਜਿਸ ਉੱਤੇ ਬੈਠ ਕੇ ਨਮਾਜ਼ ਪੜ੍ਹੀ ਦੀ ਹੈ, ਉਹਨੂੰ ਮੁਸੱਲਾ ਕਿਹਾ ਜਾਂਦਾ ਹੈ। ਜਿਸ ਉੱਤੇ ਬੈਠ ਕੇ ਨਮਾਜ਼ ਪੜ੍ਹੀ ਦੀ ਹੈ, ਕੋਈ ਸਫ ਵਗੈਰਾ, ਫਟਾਈ ਵਗੈਰਾ। ਸੂਫ ਗਲ, ਸੂਫ ਪਹਿਲਾਂ ਸੂ ਹੈ ਫਿਰ ਫੂ, ਸੂਫ। ਇਹ ਕਾਲੀ ਖਫਨੀ ਜਿਹੜੀ ਆ ਉਹਨੂੰ ਸੂਫ ਕਿਹਾ ਜਾਂਦਾ ਹੈ। ਗਲ ਵਿੱਚ ਕਾਲੀ ਖਫਨੀ ਪਾਈ ਹੋਈ ਹੈ, ਮੋਢੇ ਉੱਤੇ ਨਮਾਜ਼ ਪੜ੍ਹਨ ਵਾਲਾ ਮੁਸੱਲਾ ਹੈ। ਦਿਲ ਕਾਤੀ, ਦਿਲ, ਇੱਕ ਹੁੰਦਾ ਦਿਲ, ਇੱਕ ਹੁੰਦਾ ਦਿਲ। ਦਿਲ, ਦਿਲ ਹੁੰਦਾ ਹਾਰਟ, ਦਿਲ, ਠੀਕ ਹੈ। ਦਿਲ ਲੈ ਲੈ, ਉਹਨੂੰ ਸਾਰੀ ਵੀ ਨਾਲ ਹੀ ਪਾਤੀ ਹੈ। ਇਹਦਾ ਮਤਲਬ ਦਿਲ ਵਿੱਚ। ਇਹਨੂੰ ਕਹਿੰਦੇ ਆ ਅਧਿਕਰਨ ਕਾਰਕ। ਕਾਰਕਾਂ ਦੀ ਵਰਤੋਂ ਅਧਿਕਰਨ ਕਾਰਕ ਸਿਹਰੇ ਨਾਲ ਬਣਦਾ। ਤੁਸੀਂ ਸਿਹਰੇ ਛੱਡ ਦਿਓ, ਕੀ ਬਣ ਜਾਂਦਾ? ਦਿਲ। ਇੱਥੇ ਅਰਥ ਹੈ ਦਿਲ ਵਿੱਚ। ਦਿਲ ਕਾਤੀ, ਦਿਲ ਵਿੱਚ ਤਾਂ ਕੈਂਚੀ ਹੈ, ਦਿਲ ਵਿੱਚ ਤਾਂ ਕੈਂਚੀ ਹੈ, ਕੈਂਚੀ ਚੱਲ ਰਹੀ ਹੈ। ਭਾਵੇਂ ਮੋਢੇ ਉੱਤੇ ਨਮਾਜ਼ ਪੜ੍ਹਨ ਵਾਲਾ ਮੁਸੱਲਾ ਹੈ ਤੇ ਗਲ ਵਿੱਚ ਕਾਲੀ ਖਫਨੀ ਵੀ ਪਾਈ ਹੋਈ ਹੈ, ਵੀ ਲੱਗ ਰਿਹਾ ਹੈ ਬਹੁਤ ਹੀ ਭਗਤ ਹੈ। ਪਰ ਫਰੀਜੀ ਕਹਿੰਦੇ ਜੇ ਦਿਲ ਵਿੱਚ ਕੈਂਚੀ ਚੱਲ ਰਹੀ ਹੈ, ਭਾਵ ਦੂਜਿਆਂ ਦੇ ਵਾਸਤੇ ਇਹ ਬੰਦਾ ਬੁਰਾ ਸੋਚ ਰਿਹਾ ਹੈ, ਤਾਂ ਫਿਰ ਗੁੜਵਾਤ, ਗੁੜਵਾਤੀ, ਵਾਤ ਹੁੰਦਾ ਜ਼ਬਾਨ ਤੇ। ਮੂੰਹੋਂ ਲੋਕਾਂ ਨੂੰ ਮਿੱਠਾ ਮਿੱਠਾ ਬੋਲਦਾ ਹੈ, ਜ਼ਬਾਨ ਨਾਲ ਮਿੱਠਾ ਮਿੱਠਾ ਬੋਲਦਾ ਹੈ, ਗੁੜ ਵਾਂਗ ਬੋਲਦਾ ਹੈ, ਜਿੱਦਾਂ ਗੁੜ ਮਿੱਠਾ ਹੁੰਦਾ, ਬੜੇ ਮਿੱਠੇ ਬਚਨ ਬੋਲਦਾ ਹੈ। ਗੁੜਵਾਤ ਤੇ ਵਿਖਾਲਣ ਲਈ ਲੋਕਾਂ ਨੂੰ ਫਕੀਰੀ ਇਹ ਭੇਸ਼ ਵੀ ਬਣਾਇਆ ਹੋਇਆ, ਭੇਖ ਵੀ ਬਣਾਇਆ ਹੋਇਆ। ਤਾਂ ਫਰੀਦ ਜੀ ਕਹਿੰਦੇ ਨੇ ਬਾਹਰ ਦਿਸੈ ਚਾਨਣਾ, ਤੇ ਬਾਹਰੋਂ ਤਾਂ ਲੱਗਦਾ ਹੈ ਕਿ ਬਹੁਤ ਵੱਡਾ ਫਕੀਰ ਹੈ। ਦਿੱਲੀ ਅੰਧਿਆਰੀ ਰਾਤ, ਇੱਥੇ ਵੀ ਸ਼ਬਦ ਹੈ ਦਿੱਲੀ। ਦਿਲ ਵਿੱਚ ਤਾਂ ਹਨੇਰਾ ਹਨੇਰਾ ਵਾਪਰ ਰਿਹਾ ਹੈ, ਬਾਹਰ ਚਾਨਣਾ ਦਿਸ ਰਿਹਾ ਹੈ, ਤੇ ਦਿਲ ਵਿੱਚ ਹਨੇਰੀ ਰਾਤ ਜਿਹੜੀ ਉਹ ਵਾਪਰੀ ਪਈ ਹੈ। ਦਿਲ ਵਿੱਚ ਅਗਿਆਨਤਾ ਦਾ ਹਨੇਰਾ ਹੀ ਹੈ, ਲੁੱਟ ਖੋਹ ਦਾ ਅੰਧੇਰਾ ਹੀ ਹੈ, ਕੈਂਚੀ 'ਚ ਚੱਲ ਰਹੀ ਹੈ ਤੇ ਦੂਜਿਆਂ ਨੂੰ ਲੁੱਟਣ ਵਾਲੀਆਂ ਗੱਲਾਂ, ਤੇ ਬਾਹਰੋਂ ਫਕੀਰੀ ਬਾਣਾ ਹੈ। ਇਸ ਦੀ ਗੱਲ ਇੱਥੇ ਕੀਤੀ ਗਈ ਹੈ। ਫਰੀਦਾ ਰਤੀ ਰਤੂ ਨਾ ਨਿਕਲੈ, ਜੇ ਤਨ ਚੀਰੈ ਕੋ, ਜੋ ਤਨ ਰਤੇ ਰਬ ਸਿਉ, ਤਿਨ ਤਨ, ਤਿਨ ਤਾਨੇ, ਤਿਨ ਤਾਨੇ ਰਤ ਨਾ ਹੋ। ਤੇ ਇੱਥੇ ਫਰੀਦ ਜੀ ਨੇ ਗੱਲ ਕੀਤੀ ਹੈ ਕਿ ਜਿਹੜੇ ਰੱਬ ਨਾਲ ਰੰਗੇ ਹੋਏ ਜਿਗਿਆਸੂ ਹੁੰਦੇ ਹਨ, ਰੱਬ ਦੇ ਪਿਆਰ 'ਚ ਰੰਗੇ ਹੋਏ ਹੁੰਦੇ ਹਨ, ਉਹਨਾਂ ਵਿੱਚ ਖੂਨ ਨਹੀਂ ਹੁੰਦਾ। ਉਹਨਾਂ ਦਾ ਸਰੀਰ ਕੋਈ ਚੀਰ ਕੇ ਦੇਖ ਲਵੇ ਤਾਂ ਉਹਨਾਂ ਵਿੱਚੋਂ ਖੂਨ ਨਹੀਂ ਨਿਕਲਦਾ। ਇੱਥੇ ਅਸਲ ਵਿੱਚ ਜਿਹੜਾ ਖੂਨ ਸੀ, ਇੱਥੋਂ ਫਰੀਦ ਜੀ ਦਾ ਭਾਵ ਸੀ ਲੱਭ, ਲੋਭ, ਹੰਕਾਰ ਆਦਿਕ ਲੋਕਾਂ ਨੂੰ ਠੱਗਣਾ। ਇਹੋ ਜਿਹੀ ਗੱਲ ਉਹਦੇ ਅੰਦਰ ਨਹੀਂ ਹੁੰਦੀ। ਜੋ ਤਨ ਰਤੇ ਰੱਬ ਸਿਉ, ਲੋਭ ਰਤ ਉਹਨਾਂ ਦੇ ਵਿੱਚ ਨਹੀਂ ਹੁੰਦੀ। ਅਸਲ 'ਚ ਕਹਿਣ ਦਾ ਮਤਲਬ ਇਹ ਸੀ, ਪਰ ਇਸ ਦਾ ਕੋਈ ਅਰਥ ਹੋਰ ਨਾ ਸਮਝ ਲਏ, ਇਸ ਦੀ ਵਿਆਖਿਆ ਅੱਗੇ ਫਿਰ ਗੁਰੂ ਜੀ ਕਰਦੇ ਹਨ। ਅਗਲੇ ਸ਼ਲੋਕ ਵਿੱਚ ਜੋ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਇਹ ਸ਼ਲੋਕ ਹੈ, ਤੋਂ ਇੱਥੋਂ ਸਪਸ਼ਟ ਹੁੰਦਾ ਹੈ ਕਿ ਸ਼ੇਖ ਫਰੀਦ ਦੇ ਸ਼ਲੋਕ ਤੀਸਰੇ ਪਾਤਸ਼ਾਹ ਕੋਲ ਪਏ ਸਨ। ਉਹਨਾਂ ਨੂੰ ਪੜ੍ਹਿਆ, ਉਹਨਾਂ ਨੂੰ ਵਿਚਾਰਿਆ, ਅਧਿਐਨ ਕੀਤਾ, ਸਟੱਡੀ ਕੀਤੀ, ਤੇ ਇਕੱਲਾ ਇਕੱਲਾ ਸ਼ਲੋਕ ਪੜ੍ਹਿਆ, ਤੇ ਜਿੱਥੇ ਜਿੱਥੇ ਲੋੜ ਪਈ
ਵਿਆਖਿਆ ਕਰਨ ਦੀ, ਵੀ ਕਿਸ ਨੂੰ ਭੁਲੇਖਾ ਨਾ ਲੱਗੇ ਕਿ ਖੂਨ ਕਿਹੜਾ ਹੈ, ਤੇ ਉੱਥੇ ਉਹਨਾਂ ਨੇ ਆਪਣੇ ਵਿਚਾਰ ਦੱਸੇ ਹਨ। ਇਹ ਮਹਲਾ 3 ਦਾ ਸ਼ਲੋਕ ਹੈ। ਮਹਲਾ 3। ਸੋ ਮਹੱਲਾ ਨਹੀਂ ਇਸ ਦਾ ਪਾਠ ਕਰਨਾ, ਮਹਲਾ ਸੌਫਟ ਪਾਠ ਹੈ। ਮਹੱਲਾ ਕਿਉਂ ਨਹੀਂ ਕਰਨਾ? ਕਿਉਂਕਿ ਮਹੱਲੇ ਜਿਹੜੇ ਹੁੰਦੇ ਹਨ ਉਹ ਰੈਜ਼ੀਡੈਂਸ ਪਲੇਸ ਹੁੰਦੀ ਹੈ, ਜਿੱਥੇ ਕੋਈ ਲੋਕ ਰਹਿੰਦੇ ਹਨ। ਮਹੱਲੇ ਬਣੇ ਹੁੰਦੇ ਹਨ ਸ਼ਹਿਰਾਂ ਵਿੱਚ, ਤੇ ਪਿੰਡਾਂ ਵਿੱਚ ਵੀ ਮਹੱਲੇ ਬਣੇ ਆ, ਇਹਦਾ ਮਹੱਲਾ ਉਹਦਾ ਮਹੱਲਾ। ਤੇ ਮਹਿਲਾ ਤਾਂ ਨਹੀਂ ਕਹਿਣਾ, ਕਿਉਂਕਿ ਮਹਿਲਾ ਦਾ ਮਤਲਬ ਇਸਤਰੀ ਹੁੰਦਾ ਹੈ। ਇੱਥੇ ਇਹ ਸ਼ਬਦ ਗੁਰੂ ਪਾਤਸ਼ਾਹ ਵੇ ਵਰਤਿਆ, ਉਹ ਇਸਤਰੀ ਨਹੀਂ ਸਨ, ਤੇ ਇੱਥੇ ਫਿਰ ਉਚਾਰਨ ਕੀ ਹੋਗਾ? ਮਹਲਾ। ਸੋ ਮਹਲਾ, ਹਾਹਾ ਜਿਹੜਾ ਇਹ ਮੁਕਤਾ ਰੱਖਣਾ ਹੈ, ਹਾਹੇ ਨੂੰ ਸਿਆਰੀ ਵੀ ਨਹੀਂ ਬੋਲਣੀ, ਤੇ ਮੰਮੇ ਨੂੰ ਦੁਲਾਵਾਂ ਵੀ ਨਹੀਂ ਬੋਲਣੀਆਂ, ਤੇ ਨਾ ਹਾਏ ਨੂੰ ਅਧਿਕ ਬੋਲਣਾ ਹੈ। ਸਿੱਧਾ ਉਚਾਰਨ ਹੈ, ਮੰਮਾ ਹਾਹਾ ਲੱਲੇ ਨੂੰ ਕੰਨਾ, ਮਹਲਾ। ਤੇ ਮੁਕਤਾ ਲੱਗਦਾ ਉਚਾਰਨ ਜਿਹੜਾ ਉਹ ਹੀ ਕਹਿੰਦਾ ਕਿ ਮੰਮਾ ਦੇ ਮੁਕਤੇ ਰੱਖਣੇ ਹਨ, ਮਹਲਾ, ਮਹਲਾ। ਜਿੱਥੇ ਨਾ ਅਧਿਕ ਦੀ ਵਰਤੋਂ, ਨਾ ਹਾਏ ਨੂੰ ਸਿਆਰੀ ਦੀ ਵਰਤੋਂ ਹੈ। ਇਹੋ ਤਨ ਸਭੋ ਰਤ ਹੈ, ਰਤ ਬਿਨੁ ਤਨ ਨ ਹੋਇ, ਜੋ ਸ਼ਹਰਤੇ ਆਪਣੇ ਤੇ ਤੋ ਤਨ ਲੋਭ ਰਤ ਨ ਹੋਇ, ਤੇ ਤੋ ਤਨ ਲੋਭ ਰਤ ਨ ਹੋਇ। ਸੋ ਵਿਆਖਿਆ ਕਰਦੇ ਕਹਿੰਦੇ ਹਨ, ਇਹ ਸਰੀਰ ਤਾਂ ਸਾਰਾ ਖੂਨ ਹੀ ਖੂਨ ਹੈ, ਇਹਦੇ ਵਿੱਚ ਲਹੂ ਹੀ ਲਹੂ ਹੈ, ਤਨ ਸਭੋ ਰਤ ਹੈ। ਖੂਨ ਤੋਂ ਬਿਨਾਂ ਸਰੀਰ ਬਣ ਨਹੀਂ ਸਕਦਾ। ਜਿੱਥੇ ਵੀ ਕੋਈ ਚੋਟ ਲੱਗਦੀ ਹੈ ਖੂਨ ਨਿਕਲਦਾ ਹੈ। ਸਤਿਗੁਰੂ ਜੀ ਕਹਿੰਦੇ ਹਨ, ਜੋ ਸ਼ਹਰਤੇ ਆਪਣੇ ਤਿੰਨ ਤਨ ਲੋਭ ਰਤ ਨਾ ਹੋਏ। ਇੱਥੇ ਵਿਆਹ ਕੇ ਵਿਆਖਿਆ ਕੀਤੀ ਹੈ, ਜਿਹੜਾ ਰਤ ਫਰੀਜ ਨੇ ਕਿਹਾ ਸੀ, ਉਹਨਾਂ ਸਰੀਰਾਂ ਵਿੱਚ ਰਤ ਨਹੀਂ ਨਿਕਲਦਾ, ਖੂਨ ਨਹੀਂ ਨਿਕਲਦਾ, ਜਿਹੜੇ ਰੱਬ ਨਾਲ ਰੰਗੇ ਹੋਏ ਹੁੰਦੇ ਹਨ। ਹੁਣ ਪਾਤਸ਼ਾਹ ਕਹਿੰਦੇ ਹਨ, ਉਹ ਖੂਨ ਜਿਹੜਾ ਆ ਉਹ ਅਸਲੀ ਖੂਨ ਨਹੀਂ ਹੈ, ਉਹ ਲੋਭ ਰੂਪੀ ਖੂਨ ਹੈ। ਲੋਭ ਰਤ ਨਾ ਹੋਏ, ਉਹਨਾਂ ਦੇ ਅੰਦਰ ਲੋਭ ਲਾਲਚ ਵਾਲੀ ਇਹ ਰਤ ਨਹੀਂ ਹੁੰਦੀ। ਪੈ ਪੈ ਤਨ ਖੀਣ ਹੋਇ, ਲੋਭ ਰਤ ਵਿੱਚੋਂ ਜਾਇ, ਜਿਉ ਬਸੰਤਰ ਧਾਤ ਸ਼ੁੱਧ ਹੋਇ, ਤਿਉ ਹਰਿ ਕਾ ਪਾਉ ਦੁਰਮਤੀ ਮੈਲ ਗਵਾ। ਨਾਨਕ ਤੇ ਜਨ ਸੋਹਣੇ, ਨਾਨਕ ਤੇ ਜਨ ਸੋਹਣੇ, ਜੇ ਰਤੇ ਹਰੀ ਰੰਗ ਤੋ ਪੈ ਪੈ ਤਨ ਖੀਣ ਹੋਏ, ਲੋਭ ਰਤ ਵਿੱਚੋਂ ਜਾਏ। ਤੁਝੇ ਰੱਬ ਦਾ ਡਰ ਨਿਰਮਲ ਭਾਵ ਬੰਦੇ ਅੰਦਰ ਪੈਦਾ ਹੋ ਜਾਏ, ਪ੍ਰਭੂ ਦਾ ਪਿਆਰ ਪੈਦਾ ਹੋ ਜਾਏ, ਤਾਂ ਉਸ ਬੰਦੇ ਦੇ ਸਰੀਰ ਵਿੱਚ ਲੋਭ ਰਤ ਨਹੀਂ ਹੁੰਦਾ, ਲਾਲਚ ਰੂਪੀ ਰਤ ਨਹੀਂ ਹੁੰਦਾ। ਜੇ ਰੱਬ ਦੇ ਡਰ ਵਿੱਚ ਜੀਂਦੇ ਰਹੀਏ ਤਾਂ ਇਹ ਸਰੀਰ ਜਿਹੜਾ ਆ ਇਸ ਤਰ੍ਹਾਂ ਲਿੱਸਾ ਹੋ ਜਾਂਦਾ ਹੈ ਕਿ ਇਸ ਵਿੱਚੋਂ ਲੋਭ ਰਤ ਨਿਕਲ ਜਾਂਦੀ ਹੈ। ਦੂਜੀ ਰਤ ਰਹਿੰਦੀ ਹੈ, ਆਮ ਬਲੱਡ ਰਹਿੰਦਾ ਹੈ, ਪਰ ਲੋਭ ਰੂਪੀ ਰਤ ਨਿਕਲਦੀ ਹੈ। ਤੋ ਜਿਵੇਂ ਇਸ ਤਰ੍ਹਾਂ ਅੱਗ ਵਿੱਚ ਪਾਇਆ ਸੋਨਾ ਜਿਹੜਾ ਆ ਉਹ ਸਾਫ਼ ਹੋ ਜਾਂਦਾ ਹੈ, ਇਸ ਤਰ੍ਹਾਂ ਜੋ ਰੱਬ ਦਾ ਡਰ ਹੈ ਬੰਦੇ ਦੇ ਅੰਦਰ, ਉਹ ਮਨੁੱਖ ਦੀ ਜਿਹੜੀ ਮੈਲ ਹੈ ਉਸ ਨੂੰ ਕੱਟਦਾ ਹੈ। ਜਿਵੇਂ ਸੋਨੇ ਦੀ ਮੈਲ ਕੱਟੀ ਜਾਂਦੀ ਹੈ, ਸਾਫ਼ ਹੋ ਜਾਂਦਾ ਅੱਗ ਵਿੱਚ ਪੈ ਕੇ, ਇਸ ਤਰ੍ਹਾਂ ਸਤਿਗੁਰੂ ਕਹਿੰਦੇ, ਇਹ ਨਾਨਕ ਆਖ ਉਹ ਬੰਦੇ ਸੋਹਣੇ ਹਨ। ਉਹ ਬੰਦੇ ਸੋਹਣੇ ਹਨ ਕਿਹੜੇ? ਜੋ ਪ੍ਰਭੂ ਨਾਲ ਆਪਣਾ ਪਿਆਰ ਲਾਉਂਦੇ ਹਨ ਅਤੇ ਉਸ ਦੇ ਪਿਆਰ ਵਿੱਚ, ਉਸ ਦੀ ਯਾਦ ਵਿੱਚ ਰੰਗੇ ਹੋਏ ਹਨ।